ਸੋਸ਼ਲ ਪੋਸਟ ਬਾਈ ਮਨਵੀਰ ਕੌਰ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ। ਹਮੇਸ਼ਾ ਹੀ ਸੈਟਰਡੇ ਸਪੈਸ਼ਲ ਸਾਡਾ ਜਿਹੜਾ ਹੁੰਦਾ ਹੈ ਉਹ ਰਣਜੀਤ ਸਿੰਘ ਕੁੱਕੀ ਗਿੱਲ ਜੀ ਨਾਲ ਹੁੰਦਾ ਹੈ ਔਰ ਅੱਜ ਵੀ ਬਹੁਤ ਗੰਭੀਰ ਮਸਲੇ ਨੇ ਜਿਵੇਂ ਕਿ ਬਿਲਕਿਸ ਬਾਨੋ ਕੇਸ ਔਰ ਨਾਲ ਹੀ ਇੱਕ ਹੈਸ਼ਟੈਗ ਫ੍ਰੀ ਜੱਗੀ ਨਾਓ ਅਕਸਰ ਚੱਲਦਾ, ਤੁਸੀਂ ਵੇਖਿਆ ਹੋਏਗਾ ਇੱਕ ਕੰਪੇਨ, ਉਹਦੇ ਨਾਲ ਜੁੜੇ ਹੋਏ ਕੁਝ ਅਹਿਮ ਸਵਾਲ ਨੇ ਜਿਨ੍ਹਾਂ ਤੇ ਆਪਾਂ ਰਣਜੀਤ ਸਿੰਘ ਹੁਣਾਂ ਦੇ ਵਿਚਾਰ ਜਿਹੜੇ ਆ ਉਹ ਲਵਾਂਗੇ ਔਰ ਕੁਝ ਉਲਝਣਬਾਜੀ ਜਿਹੜੀ ਨਾ ਮਸਲਿਆਂ ਦੇ ਅਰਾਊਂਡ ਆ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਲਈ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦੀ ਹਾਂ ਰਣਜੀਤ ਸਿੰਘ ਸਰ, ਤੁਸੀਂ ਆਪਣਾ ਟਾਈਮ ਕੱਢਦੇ ਹੋ ਔਰ ਸਾਡੇ ਲਈ ਆਉਂਦੇ ਹੋ। ਥੈਂਕ ਯੂ ਸੋ ਮਚ। It's always a pleasure. ਸਰ, ਬਿਲਕਿਸ ਬਾਨੋ ਕੇਸ 2002 ਗੁਜਰਾਤ ਦੇ ਦੰਗਿਆਂ ਦਾ, ਜਦੋਂ ਇੱਕ ਪ੍ਰੈਗਨੈਂਟ ਮਹਿਲਾ ਨੂੰ ਗੈਂਗ ਰੇਪ ਕੀਤਾ ਜਾਂਦਾ ਹੈ, ਉਹਦੇ ਨਾਲ ਉਹਦੀ ਕੁੱਛੜ ਚੱਕੀ ਹੋਈ ਬੇਟੀ ਨੂੰ 3 ਸਾਲ ਦੀ ਬੱਚੀ ਨੂੰ ਸਮੈਸ਼ ਕਰ ਦਿੱਤਾ ਜਾਂਦਾ ਵਿਦ ਸਟੋਨ, ਉਹਦੇ ਪਰਿਵਾਰਕ ਜੀਆਂ ਹੋਰ ਔਰਤਾਂ ਨੂੰ ਗੈਂਗ ਰੇਪ ਕੀਤਾ ਜਾਂਦਾ। ਉਹਦੇ ਜਿਹੜੇ ਕਨਵਿਕਟਸ ਹੁੰਦੇ ਆ 11, ਉਹਨਾਂ ਨੂੰ ਰਿਹਾਈ ਮਿਲ ਗਈ 15 ਅਗਸਤ ਤੋਂ ਬਾਅਦ, ਆਜ਼ਾਦੀ ਦਿਹਾੜੇ ਤੋਂ ਬਾਅਦ ਉਹ ਰਿਹਾ ਹੋ ਗਿਆ ਔਰ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਚਾਹੇ 1984 ਹੋਵੇ ਚਾਹੇ 2002, ਔਰਤਾਂ ਆਲਵੇਜ਼ ਸਬਜੈਕਟਡ ਟੂ ਵਾਇਲੈਂਸ, ਰੇਪਸ, ਰਾਦਰ ਗੈਂਗ ਰੇਪਸ। ਔਰ ਇਨਸਾਫ ਤਾਂ ਕੀ ਮਿਲਣਾ, 84 ਦਾ ਇਨਸਾਫ ਕੀ ਮਿਲਣਾ। ਔਰ ਜੇਕਰ 2002 ਦੇ ਇਹਨਾਂ ਦੰਗਿਆਂ ਦੇ ਵਿੱਚ ਬਿਲਕਿਸ ਬਾਨੋ ਨੂੰ ਇਨਸਾਫ ਮਿਲਿਆ, ਉਹ ਕਹਿੰਦੀ ਉਹਨਾਂ 11 ਕਨਵਿਕਟਸ ਦੀ ਰਿਹਾਈ ਤੇ ਬਿਲਕਿਸ ਬਾਨੋ ਦੀ ਸਟੇਟਮੈਂਟ ਕਹਿੰਦੀ ਦਿਸ ਇਜ਼ ਹਾਊ ਜਸਟਿਸ ਐਂਡਸ। ਮੈਂ ਚਾਹੁੰਦੀ ਤੁਸੀਂ ਇਸ ਗੱਲ ਨੂੰ ਆਪਣੇ ਨਜ਼ਰੀਏ ਤੋਂ, ਤੁਸੀਂ ਆਪਣੇ ਤਜਰਬੇ ਤੋਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ, ਪਲੀਜ਼। ਜਿਹੜਾ ਬਿਲਕਿਸ ਬਾਨੋ ਦਾ ਦਰਦ ਆ ਨਾ, ਉਹਦੇ ਬਾਰੇ ਕਵੀ ਨੇ ਬੜਾ ਪਹਿਲੇ ਲਿਖਿਆ ਸੀਗਾ, ਸਰਜੀਤ ਪਾਤਰ ਨੇ, ਜਦੋਂ 1947 ਹੋਇਆ, ਪਾਰਟੀਸ਼ਨ ਹੋਈ, ਇੱਦਾਂ ਦੇ ਬਿਲਕਿਸ ਬਾਨੋ ਨੂੰ ਬਹੁਤ ਗੈਂਗ ਰੇਪਸ ਹੋਏ। ਸਤਲੁਜ ਨੂੰ ਕੁਝ ਸਮਝ ਨਾ ਆਵੇ, ਜਸ਼ਨਾਂ ਵਿੱਚ ਕਿੰਜ ਰੋਵੇ, ਨਾ ਵੀ ਰੋਵੇ ਤਾਂ ਲਹਿਰਾਂ ਵਿੱਚ ਲਾਸ਼ਾਂ ਕਿਵੇਂ ਲੁਕੋਵੇ। ਮਤਲਬ ਕਿ ਇਸ ਤਰ੍ਹਾਂ ਦੀ ਤਸਵੀਰ ਬਿਆਨ ਕਰਦੀ ਹੈ ਬਿਲਕਿਸ ਬਾਨੋ ਦੀ ਕਿ ਉਹ ਆਪਣੇ ਹੰਝੂ, ਆਪਣੇ ਸੌਰੋਸ, ਆਪਣੇ ਪਰਸਨਲ, ਜੇ ਕੋਈ ਉਹਦੇ ਕੋਲ ਕੋਈ ਨਿੱਜ ਦੀ ਖੁਸ਼ੀ ਬਚੀ ਆ ਜਾਂ ਉਹਦੀਆਂ ਪੇਨਸ ਨੇ, ਉਹ ਉਹਨਾਂ ਨੂੰ ਉਹੀ ਜਾਣ ਸਕਦੀ ਆ। ਜਦੋਂ ਮੈਂ ਪੜ੍ਹਦਾ ਨਾ ਔਰਤਾਂ ਬਾਰੇ, ਤੁਸੀਂ ਦੱਸਿਆ ਵੀ ਇਹ ਹੁੰਦਾ ਆਇਆ, ਅੱਜ ਵੀ ਹੋ ਰਿਹਾ। 50% ਆਫ ਦੀ ਪਾਪੂਲੇਸ਼ਨ ਵਰਲਡ ਦੀ ਔਰਤ ਆ, ਵੂਮਨ। ਪਰ ਜੇ ਤੁਸੀਂ ਉਹਨਾਂ ਦੀ ਪੋਲੀਟੀਕਲ ਰੈਪਰਜੈਂਟੇਸ਼ਨ ਦੇਖੋ, ਉਹਨਾਂ ਦੀ ਸੋਸ਼ਲ ਰੈਪਰਜੈਂਟੇਸ਼ਨ ਦੇਖੋ, ਈਵਨ ਜੁਡੀਸ਼ਰੀ 'ਚ ਦੇਖੋ, ਲੈਜਿਸਲੇਟਿਵ 'ਚ ਦੇਖੋ, ਬਿਊਰੋਕ੍ਰੇਸੀਜ਼ ਦੇਖੋ, ਵਰਲਡ ਓਵਰ ਬੜੀ ਕੰਪੈਰੇਟਿਵਲੀ ਲੈਸ ਆ। ਹੁਣੇ ਜੇ ਇੱਕ ਰਸ਼ੀਆ ਵਿੱਚ ਇੱਕ ਗ੍ਰੈਨੀਅਰ ਲੇਡੀ ਹੋਈ ਆ, ਮਤਲਬ ਕਿ ਸ਼ੀ ਇਜ਼ ਦਾ ਟਾਪ ਮੋਸਟ ਬਾਸਕਟਬਾਲ ਸਟਾਰ ਆਫ ਦਾ ਵਰਲਡ, US ਦੀ ਰਹਿਣ ਵਾਲੀ ਹੈ, 6 ਫੀਟ 9 ਇੰਚਸ ਟਾਲ ਆ। ਉਹ ਜਿਸ ਤਰ੍ਹਾਂ ਲੈਬੈਰਨ ਜੇਮਸ ਨੂੰ ਜਾਣਿਆ ਜਾਂਦਾ, ਉਹ ਵੂਮਨ ਸਾਈਡ ਤੋਂ ਉਹ ਵੂਮਨਸ ਦੀ ਲੈਬੈਰਨ ਜੇਮਸ। ਉਹਦੇ ਕੀ ਹੋਇਆ, ਕਿਉਂਕਿ ਜਿਹੜੀ WNBA ਜਿਹੜੀ ਨੈਸ਼ਨਲ ਲੀਗ ਚੱਲਦੀ ਆ ਬਾਸਕਟਬਾਲ ਦੀ US 'ਚ, ਉਹਦੀ ਉਹ ਸਟਾਰ, ਉਹਨੂੰ ਪਰ ਉੱਥੇ ਜਿਹੜੇ NBA ਦੇ ਪਲੇਅਰਸ ਨੇ, ਮੈਨ ਨੇ, ਉਹਨਾਂ ਨੂੰ ਮਿਲਦਾ $1 ਮਿਲੀਅਨ ਐਵਰੇਜ ਸੈਲਰੀ ਪਰ ਈਅਰ। ਅਤੇ ਜੇ ਉਹਨਾਂ ਦੇ ਕਾਊਂਟਰ ਪਾਰਟਸ ਜਿਹੜੇ ਵੂਮਨ ਸਟਾਰਸ ਨੇ, ਇੰਟਰਨੈਸ਼ਨਲ ਪਲੇਅਰਸ ਨੇ, ਉਹਨਾਂ ਨੂੰ ਮਿਲਦਾ ਹੈਗਾ ਲੈਸ ਦੈਨ $100,000। ਇੰਨੀ ਡਿਸਪੈਰਿਟੀ। ਉਸ ਆਪਣੀ ਇਨਕਮ ਨੂੰ ਸਸਟੇਨ ਕਰਨ ਲਈ ਉਹ ਦੂਜੇ ਮੁਲਕਾਂ ਵਿੱਚ, ਦੂਸਰੀ ਲੀਗਸ ਵਿੱਚ ਖੇਡਣ ਜਾਂਦੀ ਆ। ਹੁਣ ਉਹ ਗਰਮੀਆਂ ਵਿੱਚ ਖੇਡਣ ਗਈ ਸੀਗੀ ਰਸ਼ੀਆ। ਉਹ ਬਾਈ ਚਾਂਸ ਉਹਦੇ ਕੋਲ 9 ਵਾਇਲ ਸੀਗਾ, ਬਹੁਤ ਛੋਟੀ ਅਮਾਊਂਟ ਆਫ ਮੈਰਿਆਨਾ, ਬਲੈਕ ਅਫਰੀਕਨ ਹੈਗੀ ਆ। ਉਹ ਉੱਥੇ ਅਰੈਸਟ ਹੋ ਗਈ ਏਅਰਪੋਰਟ 'ਤੇ। ਉਹਨੂੰ 9 ਈਅਰਸ ਦੀ ਸੈਂਟੈਂਸ ਦਿੱਤੀ ਰਸ਼ੀਆ ਨੇ, ਡਿਸਪਾਈਟ ਲੋਟ ਆਫ US ਡਿਪਲੋਮੈਟਿਕ ਪ੍ਰੈਸ਼ਰ, ਹੋਰ ਵੀ ਸਾਈਡਸ ਤੋਂ ਪ੍ਰੈਸ਼ਰ ਉੱਠਿਆ, ਪਰ ਉਸ ਗੱਲ ਦਾ ਰਸ਼ੀਆ ਨੇ ਮੰਨਿਆ ਨਹੀਂ ਗਾ। ਉਹਨੂੰ ਐਕਸਟ੍ਰੀਮਲੀ ਜ਼ਿਆਦਾ ਸਜ਼ਾ ਦਿੱਤੀ ਆ। ਅੱਜ ਇੱਕ ਐਡਾ ਵੱਡਾ ਸਟਾਰ ਜੇਲ੍ਹ ਦੇ ਵਿੱਚ ਰਸ਼ੀਆ ਦੇ ਗੁਲਾਗ 'ਚ ਬੈਠੀ ਆ। ਮੈਂ ਇੱਥੇ ਇਹ ਨਹੀਂ ਕਹਿਣਾ ਚਾਹੁੰਦਾ ਵੀ ਮੈਂ ਇਹ ਡਿਸਪੈਰਿਟੀ ਦੱਸਦਾ ਵੂਮਨ ਵੀ ਕਿਉਂ ਉਹਨੂੰ ਲੋੜ ਪਈ USA ਤੋਂ ਦੂਸਰੇ ਮੁਲਕਾਂ 'ਚ ਖੇਡਣ ਜਾਣ, ਬਿਕੋਜ਼ ਐਵਰੀਬਾਡੀ ਨੀਡਸ ਫਾਈਨੈਂਸ਼ੀਅਲ ਸਿਕਿਉਰਿਟੀ। ਪਰ ਡਿਸਪੈਰਿਟੀ ਦੇਖੋ, ਇੱਕ ਪਾਸੇ $1 ਮਿਲੀਅਨ ਮਿਲਦਾ, ਅਤੇ ਜੇ ਆਪਾਂ ਲੈਬੈਰਨ ਜੇਮਸ ਦੀ ਗੱਲ ਕਰ ਲਈਏ, ਹੀ ਮਾਈਟ ਬੀ ਗੈਟਿੰਗ ਅਰਾਊਂਡ $250 or $300 ਮਿਲੀਅਨ ਐਜ਼ ਏ ਕਾਂਟਰੈਕਟ। ਅੱਜ ਵੀ ਉਹ ਹਾਈਐਸਟ ਪੇਡ ਪਲੇਅਰ ਆ।
ਸਾਰੇ ਮਤਲਬ ਕਿ ਜਿਹੜੇ ਟੌਪ ਪਲੇਸ ਨੇ। ਪਰ ਜੇ ਆਪਾਂ ਕੰਪੈਰੀਜ਼ਨ ਦੇਖੀਏ, ਜੇ ਹੁਣ ਆਪਾਂ ਬਿਲਕਿਸ ਬਾਨੋ ਦੇ ਕੇਸ ਤੇ ਆਉਂਦੇ ਹਾਂ, ਇਟ ਵਾਜ਼ ਵਨ ਆਫ ਦਾ ਲਾਸਟ ਹੀਅਰਿੰਗ ਸੀਗੀਆਂ ਚੀਫ ਜਸਟਿਸ ਜੋ ਰਿਟਾਇਰ ਹੋ ਗਏ ਨੇ ਐਨਵੀ ਰਮੰਨਾ ਦੀਆਂ, ਉਹਨਾਂ ਦਾ 3 ਜੱਜ ਬੈਂਚ ਸੀਗਾ। ਉਹਦੇ 'ਚ ਇੱਕ ਜਸਟਿਸ ਰਸਤੋਗੀ ਸੀਗੇ, ਇੱਕ ਮੇਰੇ ਖਿਆਲ ਸੂਰਿਆਕਾਂਤ ਸੀ, ਮੈਨੂੰ ਪੂਰਾ ਉਹਦਾ ਨਾਂ ਸ਼ੋਰ ਨਹੀਂ ਥਰਡ ਦਾ। ਜਸਟਿਸ ਰਸਤੋਗੀ ਨੇ ਜਦੋਂ ਇੱਕ ਪਟੀਸ਼ਨ ਸੁਭਾਸ਼ਮ ਅਲੀ ਕੋਈ ਲੇਡੀ ਆ ਕੇਰਲਾ ਤੋਂ, ਉਹਨੇ ਐਕਟਿਵਿਸਟ ਆ, ਉਹਨੇ ਪਟੀਸ਼ਨ ਲਾਈ ਸੀ, ਉਸ ਤੇ ਪਟੀਸ਼ਨ ਤੇ ਪੀਐਲ ਤੇ ਸੁਣਵਾਈ ਹੋਈ ਆ ਪਰਸੋਂ। ਉਹਦੇ ਵਿੱਚ ਜਸਟਿਸ ਰਸਤੋਗੀ ਨੇ ਇਹ ਬਿਆਨ ਦਿੱਤਾ ਵੀ ਚਲੋ ਠੀਕ ਆ ਵੀ ਅਸੀਂ ਤਾਂ ਉਹਨੂੰ ਰਮਿਸ਼ਨ ਦਿੱਤੀ ਨਹੀਂ, ਅਸੀਂ ਗੁਜਰਾਤ ਗਵਰਨਮੈਂਟ ਨੂੰ ਕਿਹਾ ਸੀ ਕਿ ਤੁਸੀਂ ਕੰਸੀਡਰ ਕਰ ਸਕਦੇ, ਤੁਸੀਂ ਇਹ ਕੇਸ ਦੇ ਬਾਰੇ ਡਿਸਾਈਡ ਕਰੋ। ਉਹਦੇ 'ਚ ਉਹਨਾਂ ਨੇ ਰਸਤੋਗੀ ਜਸਟਿਸ ਨੇ ਇਹ ਟਿੱਪਣੀ ਕੀਤੀ ਆ ਕਿ ਕੀ ਹੀਨੀਅਸ ਜੇ ਕ੍ਰਾਈਮ ਆ ਤਾਂ ਰਮਿਸ਼ਨ ਮਿਲ ਨਹੀਂ ਸਕਦੀ। ਆਈ ਡੋਂਟ ਥਿੰਕ ਕਿ ਹੀਨੀਅਸ ਵਰਡ ਵੀ ਡਿਫਾਈਨ ਕਰ ਸਕੂਗਾ ਜੋ ਬਿਲਕਿਸ ਬਾਨੋ ਨਾ ਹੋਇਆ। ਪਰ ਇਸ ਤੋਂ ਬਾਵਜੂਦ ਜਸਟਿਸ ਐਨਵੀ ਰਮਾਨਾ ਨੇ ਆਪਣਾ ਆਰਡਰ ਦਿੱਤਾ, ਉਹਨਾਂ ਨੇ ਰਿਪਲਾਈ ਮੰਗੀ ਹੈ ਗੁਜਰਾਤ ਗਵਰਨਮੈਂਟ ਤੋਂ ਇਸ ਕੇਸ ਵਿੱਚ, ਇਹ ਇੱਕ ਪੋਜ਼ਿਟਿਵ ਸਾਈਨ। ਪਰ ਜੋ ਜਸਟਿਸ ਬਾਨੋ ਬਾਰੇ ਜੋ ਬਿਲਕਿਸ ਬਾਨੋ ਨਾਲ ਹੋਇਆ, ਕੁਛ ਦਿਨ ਪਹਿਲੇ ਜਿਹੜੇ RSS ਜਿਹੜੀ ਕਿ ਪੇਰੈਂਟ ਬੋਡੀ ਆ ਭਾਰਤੀ ਜਨਤਾ ਪਾਰਟੀ ਤੇ ਹੋਰ ਹਿੰਦੂ ਸੰਗਠਨਸ ਨੂੰ ਉਹਨੂੰ ਆਪਣਾ ਉਹ ਗੁਰੂ ਮੰਨਦੇ, ਉਹਨਾਂ ਦੇ ਚੀਫ ਮੋਹਨ ਬਾਗਵਤ, ਉਹ ਦਿੱਲੀ ਵਿੱਚ ਆਪਣੇ ਇੱਕ ਇਕਾਈ ਦਾ ਫੰਕਸ਼ਨ ਐਡਰੈਸ ਕਰ ਰਹੇ ਸੀ। ਉਹ ਦੱਸ ਰਹੇ ਸੀ ਕਿ ਸਾਡਾ ਜਿਹੜਾ ਭਾਰਤ ਆ ਇਹ ਆਦਰਸ਼ ਸਮਾਜ, ਜਿਵੇਂ ਗੁਜਰਾਤ ਦੇ ਇੱਕ MLA ਕਹਿ ਰਹੇ ਨੇ BJP ਦੇ, ਜਿਹੜੇ ਕਿ ਉਸ ਕਮੇਟੀ ਦੇ ਮੈਂਬਰ ਸੀ ਜਿਹਨੇ ਉਹਨਾਂ ਨੂੰ ਰਮਿਸ਼ਨ ਦਿੱਤੀ ਹੈਗੀ ਆ ਉਹਨਾਂ ਕਾਨਵਿਕਟਸ ਨੂੰ। ਉਹਨੇ ਕਿਹਾ ਉਹ ਸੰਸਕਾਰੀ ਬ੍ਰਾਹਮਣ। ਹੁਣ ਆਪਾਂ ਨੂੰ ਇਹ ਰੀਡਿਫਾਈਨ ਕਰਨਾ ਪਊਗਾ ਵੀ ਸੰਸਕਾਰ ਕੀ ਹੁੰਦੇ ਨੇ। ਕੀ ਇਹ ਸੰਸਕਾਰ ਨੇ ਕਿ ਆਪਾਂ 5 ਮਹੀਨਿਆਂ ਦੀ ਪ੍ਰੈਗਨੈਂਟ ਲੇਡੀ ਨੂੰ ਗੈਂਗ ਰੇਪ ਕਰਨਾ, ਉਹਦੇ ਸਾਹਮਣੇ ਉਹਦੀ 3 ਸਾਲਾਂ ਦੀ ਬੱਚੀ ਨੂੰ ਮਾਰਨਾ ਸੰਸਕਾਰ ਆ, ਉਹਦੀ ਮਾਂ ਦਾ ਉਹਦੇ ਸਾਹਮਣੇ ਗੈਂਗ ਰੇਪ ਹੋਣਾ, ਉਹਦੀਆਂ ਦੋਨੋਂ ਭੈਣਾਂ ਦਾ ਗੈਂਗ ਰੇਪ ਹੋਣਾ, ਉਸ ਤੋਂ ਬਾਅਦ 11 ਜੀ ਉਹਦੇ ਪਰਿਵਾਰ ਦੇ ਮਾਰ ਦਿੱਤੇ ਜਾਣੇ। ਇਹ ਤਾਂ ਬਚ ਗਈ ਕਿਉਂਕਿ ਇਹ ਬੇਹੋਸ਼ ਹੋ ਗਈ ਸੀ, ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਵੀ ਮਰ ਚੁੱਕੀ, ਨਹੀਂ ਤਾਂ ਇਹਨੂੰ ਵੀ ਮਾਰ ਕੇ ਜਾਂਦੇ। ਤੇ ਉਹਨਾਂ ਨੂੰ ਇਹ ਸੰਸਕਾਰੀ ਬ੍ਰਾਹਮਣ ਦੱਸ ਰਹੇ ਨੇ। ਉਧਰ ਮੋਹਨ ਬਾਗਵਤ ਦੇ ਸਟੇਟਮੈਂਟ ਦੇ ਰਹੇ ਨੇ ਕਿ ਭਾਰਤ ਇੱਕ ਆਦਰਸ਼ ਸਮਾਜ ਹੈ, ਇੱਥੇ ਵਿਅਕਤੀ ਦਾ ਕੋਈ ਸੋਚ ਨਹੀਂ, ਇੱਥੇ ਤਾਂ ਹਮੇਸ਼ਾ ਸਮਾਜ ਦੀ ਸੋਚ ਹੁੰਦੀ ਹੈ, ਸਾਂਝੀ ਸੋਚ ਹੁੰਦੀ ਹੈ। ਇਹ ਉਹੀ ਸਮਾਜ ਆ ਜਿਹੜਾ ਪੁਰਾਣੀਆਂ ਮੱਧਕਾਲੀਨ ਵਰਗਾਂ ਦੀ ਸੋਚ ਨਾਲ ਜੁੜਿਆ ਹੋਇਆ, ਜਿੱਥੇ ਧਰਮ ਦੇ ਆਧਾਰ ਤੇ ਜਾਤੀਵਾਦ ਨੂੰ ਬੜਾਵਾ ਦਿੱਤਾ ਜਾਂਦਾ, ਔਰਤ ਨੂੰ ਨੀਵਾਂ ਦਿਖਾਇਆ ਜਾਂਦਾ ਹੈਗਾ, ਔਰਤ ਦੇ ਨਾਲ ਇਸ ਤਰ੍ਹਾਂ ਦੇ ਵਖਰੇਵੇਂ ਹੁੰਦੇ ਆ। ਕਿ ਆਪਾਂ ਬਿਲਕਿਸ ਬਾਨੋ ਦਾ ਕੇਸ ਦੇਖ ਕੇ ਉਹਦੇ ਬਾਰੇ ਆਸ਼ਾ ਦੇਵੀ ਇਹ ਬੋਲਿਆ, ਜੋ ਨਿਰਭਇਆ ਕੇਸ ਹੋਇਆ ਸੀ 2012 'ਚ, ਉਹਦੀ ਮਦਰ, ਉਹਨੇ ਕਿਹਾ ਜਿਸ ਤਰ੍ਹਾਂ ਦੀ ਰਮਿਸ਼ਨ ਦਿੱਤੀ ਆ, ਇਹਦੇ ਨਾਲ ਜਿਹੜੇ ਵੁੱਡ ਬੀ ਰੇਪਿਸਟ ਨੇ ਉਹਨਾਂ ਨੂੰ ਇਸ ਚੀਜ਼ ਨਾਲ ਹੋਰ ਐਨਕਰੇਜਮੈਂਟ ਮਿਲੇਗੀ ਕਿ ਦੇ ਸ਼ੁੱਡ ਨੈਵਰ ਹੈਵ ਬੀਨ ਗਿਵਨ ਰਮਿਸ਼ਨ। ਜਦ ਕਿ ਇਹ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ 2014 ਦੀਆਂ, ਜਿਹੜੀਆਂ ਬਾਅਦ 'ਚ ਯੂਨੀਅਨ ਹੋਮ ਮਿਨਿਸਟਰੀ ਨੇ ਵੀ ਜਾਰੀ ਕੀਤੀਆਂ ਨੇ ਕਿ ਜਿਹੜੇ ਹੀਨੀਅਸ ਕ੍ਰਾਈਮਸ ਨੇ, ਗੈਂਗ ਰੇਪ ਵਰਗੇ ਜਾਂ ਕੋਈ ਟੈਰਰਿਸਟ ਰਿਲੇਟਡ ਕੇਸਿਸ ਨੇ, ਉਹਨਾਂ ਵਿੱਚ ਕੋਈ ਰਮਿਸ਼ਨ ਨਹੀਂ ਹੋਈ। ਡਿਸਪਾਈਟ ਦੈਟ ਉਹਨਾਂ ਨੂੰ ਰਮਿਸ਼ਨ ਦਿੱਤੀ ਗਈ ਆ, ਉਹਨਾਂ ਦਾ ਸਮਾਜ ਨੇ ਵੈਲਕਮ ਕੀਤਾ। ਇਹ ਆਦਰਸ਼ ਸਮਾਜ ਆ ਜਿਹਦੇ ਬਾਰੇ ਮੋਹਨ ਬਾਗਵਤ ਚੀਫ ਆਫ ਦਾ RSS ਬੋਲ ਰਹੇ ਨੇ। ਇਸੇ ਸਮਾਜ ਨੇ ਜਦੋਂ ਭਗਤ ਕਬੀਰ ਹੁਣਾਂ ਨੇ, ਬਾਬਾ ਫਰੀਦ ਹੁਣਾਂ ਨੇ, ਬਾਬਾ ਨਾਮਦੇਵ ਹੁਣਾਂ ਨੇ ਆਵਾਜ਼ ਉਠਾਈ ਸੀ ਡਿਸਕ੍ਰੀਪੈਂਸੀਜ਼ ਦੀ, ਡਿਸਪੈਰਿਟੀਜ਼ ਇਨ ਦਾ ਸਮਾਜ, ਕਿ ਸਾਡਾ ਸਮਾਜ ਕਿੰਨਾ ਬਿਖਰਿਆ ਹੋਇਆ, ਜਿਹਨੂੰ ਕਿ ਦੁਬਾਰਾ ਹੁਣ ਸੋਸ਼ਲ ਫੈਬਰਿਕ ਨੂੰ ਇੱਕ ਹਿੰਦੂਤਵਾ ਦੀ ਆਈਡੀਓਲੋਜੀ ਜੋ ਇਹਨਾਂ 1989 ਵਿੱਚ BJP ਨੇ ਅੰਡਰ ਦੀ ਡਾਇਰੈਕਸ਼ਨਸ ਆਫ ਮੋਹਨ ਬਾਗਵਤ RSS ਚੀਫ ਤੇ, ਉਦੋਂ ਇਹਨਾਂ ਨੇ ਆਪਣੀ ਆਈਡੀਓਲੋਜੀ ਅਪਣਾਈ ਸੀ, ਹਿੰਦੂਤਵਾ ਆਈਡੀਓਲੋਜੀ। ਕੀ ਹੈਗੀ ਉਹ? ਕਲਚਰਲ ਨੈਸ਼ਨਲਿਜ਼ਮ ਐਂਡ ਦਾ ਸਪਿਰਿਟ ਆਫ ਇੰਡੀਅਨ ਨੇਸ਼ਨਹੁੱਡ। ਉਹਨਾਂ ਨੇ ਕਿਹਾ ਸੀ ਸਾਡੀ ਇੰਡੀਆ ਦੀ ਆਇਡੈਂਟੀਟੀ ਤਾਂ ਹੀ ਬਚ ਸਕਦੀ ਆ ਜੇ 1 ਲੈਂਗੁਏਜ, 1 ਰਿਲੀਜਨ ਤੇ 1 ਤਰ੍ਹਾਂ ਦਾ ਕਲਚਰ ਹੋਊਗਾ, ਜਿਹੜਾ ਕਿ ਇੰਡੀਆ ਦੀ ਡਾਇਵਰਸਿਟੀ ਨੂੰ ਡਾਇਰੈਕਟ ਚੈਲੰਜ। ਇੱਕ ਪਾਸੇ ਇਹ ਆਦਰਸ਼ ਸਮਾਜ ਦੀਆਂ ਗੱਲਾਂ ਕਰਦੇ ਆ, ਦੂਜੇ ਪਾਸੇ ਵਖਰੇਵੇਂ ਨੇ ਸਟੇਟਸ ਦੇ ਨਾਲ। ਮੈਨੂੰ ਆਪਣੇ ਸਿੱਖ ਲੀਡਰਸ਼ਿਪ ਦੀ ਜਿਹੜੀ ਉਹਨਾਂ ਦੀ ਦੂਰ ਦ੍ਰਿਸ਼ਟੀ ਆ, ਉਹਦੇ ਤੇ ਮੈਨੂੰ ਬਹੁਤ ਵੱਡਾ ਅੱਜ ਕਹਿਣਾ ਪੈ ਰਿਹਾ ਕਿ ਸਾਡੇ ਸਿੱਖ ਲੀਡਰਸ਼ਿਪ ਨੂੰ ਬਿਲਕਿਸ ਬਾਨੋ ਦੇ ਕੇਸ ਵਿੱਚ ਬਹੁਤ ਖੁੱਲ੍ਹ ਕੇ ਤੇ ਬਹੁਤ ਸਟਰੋਂਗ ਵਰਡਸ ਦੇ ਵਿੱਚ ਉਹਦੇ ਨਾਲ ਸਟੈਂਡ ਕਰਨਾ ਚਾਹੀਦਾ ਸੀ। ਜੇ ਇੱਦਾਂ ਦੀ ਤਹਿਜ਼ੀਬ ਰੱਖਦੇ ਨੇ, ਇਹਦੇ ਨਾਲ ਕਦੀ ਵੀ ਇਨਸਾਨ ਬੁਲੰਦੀਆਂ ਤੇ ਨਹੀਂ ਪਹੁੰਚ ਸਕਦਾ, ਜਿਸ ਦੀ ਕਾਮਨਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਕਰ ਰਹੇ ਨੇ। ਤੇ ਅੱਜ ਨਵੇਂ ਜਿਹੜੇ ਐਂਟੈਂਟ ਨੇ
ਅਰਵਿੰਦ ਕੇਜਰੀਵਾਲ ਜਿਹੜੇ ਕਿ ਇੱਕ ਡੈਮੋਕ੍ਰੈਟਿਕ ਪਾਰਟੀ ਵਜੋਂ ਕਹਿ ਕੇ ਆਏ ਸੀ ਤੇ ਅੱਜ ਆਪਣੇ ਆਪ ਨੂੰ ਸੁਪਰੀਮੋ ਕਹਿੰਦੇ ਆ। ਇਹ ਨਵੀਂ ਟਰਮਨੋਲੋਜੀਜ਼ ਜੋ ਆ ਰਹੀਆਂ ਨੇ, ਜੋ ਇਨਸਾਨੀ ਤਹਿਜ਼ੀਬ ਵਿੱਚ ਆ ਰਹੀਆਂ ਨੇ, ਇਹ ਦੇਖੋ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੇ ਇੱਕ ਵਰਡ ਨਹੀਂ ਬੋਲਿਆ ਅਬਾਊਟ ਬਿਲਕਿਸ ਬਾਨੋ ਕਿ ਉੱਥੇ ਕੋਈ ਕਾਰਾ ਹੋਇਆ, ਕਿਸ ਤਰ੍ਹਾਂ ਦਾ ਵਰਤਾਰਾ ਹੋਇਆ। ਇੱਕ ਤਰ੍ਹਾਂ ਨਾਲ ਹਿਊਮੈਨਿਟੀ ਲੀਰੋ ਲੀਰ ਹੋਈ ਆ। ਐਂਡ ਦੇ ਨੈਵਰ ਸਪੋਕ ਹੀ ਸਪੈਸੀਫਿਕਲੀ ਇਹਨਾਂ ਨੂੰ ਇਹ ਤਾਂ ਫਿਕਰ ਆ ਕਿ ਸਾਡੇ ਸੀਰੀਅਲ ਕਿਲਰਸ, ਇਹ ਪਤਾ ਕਿਹਨੂੰ ਮੰਨਦੇ ਆ ਕਿ ਜਿਹੜੀ ਪੋਲਿਟਿਕਸ ਦੇ ਵਿੱਚ ਜੋ ਪੋਲਿਟਿਕਸ ਦੀ ਗੇਮ ਖੇਡੀ ਜਾ ਰਹੀ ਹੈ ਉਹਨੂੰ ਇਹ ਸੀਰੀਅਲ ਕਿਲਰ ਮੰਨਦੇ। ਜਿਹੜੇ ਇਹਨਾਂ ਸਾਹਮਣੇ ਸੀਰੀਅਲ ਕਿਲਰਸ ਬਿਲਕਿਸ ਬਾਨੋ ਦੇ ਕੇਸ ਵਿੱਚ ਬਾਹਰ ਆ ਰਹੇ ਆ, ਉਹਨਾਂ ਬਾਰੇ ਇਹਨਾਂ ਦੀ ਸਾਇਲੈਂਸ। ਮੈਂ ਪਹਿਲੇ ਵੀ ਕਿਹਾ ਸੀ, ਵੈਨ ਯੂ ਹੈਵ ਸਮਥਿੰਗ ਟੂ ਸੇ ਸਾਇਲੈਂਸ ਇਜ਼ ਏ ਲਾਈ। ਸਾਇਲੈਂਸ ਜਿਹੜੀ ਇੱਕ ਝੂਠ ਆ, ਝੂਠ ਦਾ ਪੁੱਟਾ। ਇਸੇ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਂ ਦੁਬਾਰਾ ਅਪੀਲ ਕਰਦਾ, ਉਹਨਾਂ ਨੂੰ ਇਸ ਕੇਸ ਵਿੱਚ ਬੋਲਣਾ ਚਾਹੀਦਾ। ਉਹਨਾਂ ਨੂੰ ਰੱਬੀ ਸ਼ੇਰਗਿੱਲ ਦੀ ਉਹ ਇੰਟਰਵਿਊ ਸੁਣਨੀ ਚਾਹੀਦੀ ਆ ਜੋ NDTV ਤੇ ਆਈ ਸੀ, ਜਿਸ ਵਿੱਚ ਉਹਨੇ ਵੈਲਕਮ ਕੀਤਾ ਸੀਗਾ ਬਿਲਕਿਸ ਬਾਨੋ ਨੂੰ ਕਿ ਤੂੰ ਸਾਡੇ ਕੋਲੇ ਆ। ਮੈਂ ਕਹਿੰਦਾ ਇਹ ਗੱਲ ਉਹਨਾਂ ਨੇ ਸਾਰੇ ਸਿੱਖ ਕੌਮ ਵੱਲੋਂ ਕਹੀ ਆ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਆ। ਪਰ ਜਿਸ ਤਰ੍ਹਾਂ ਦੀ ਸਾਇਲੈਂਸ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਦੀ ਆ, ਇਟ ਇਜ਼ ਬੈਫਲਿੰਗ। ਕਿ ਆਪਾਂ ਕਿਹੜਾ ਸਮਾਜ ਸਿਰਜਣਾ ਚਾਹੁੰਦੇ ਆ। ਆਪਾਂ ਉਹ ਗੁਰੂਆਂ ਦੀ ਨਾਲ ਸੰਬੰਧ ਰੱਖਦੇ ਆ, ਉਹਨਾਂ ਦੀ ਮਤਲਬ ਕਿ ਆਸ਼ੀਰਵਾਦ ਥੱਲੇ ਜੀ ਰਹੀ ਆ ਸਿੱਖ ਕੌਮ, ਜਿਨ੍ਹਾਂ ਨੇ ਬਾਬਰ ਨੂੰ ਜਾ ਕੇ ਉਹਦੇ ਮੂੰਹ ਤੇ ਜਾਬਰ ਕਿਹਾ ਸੀ, ਜਿਨ੍ਹਾਂ ਨੇ ਔਰੰਗਜ਼ੇਬ ਅੱਗੇ ਸੀਸ ਨਹੀਂ ਸੀ ਝੁਕਾਇਆ, ਸੀਸ ਵਢਾ ਲਿਆ ਸੀ, ਜਿਨ੍ਹਾਂ ਨੇ ਜਹਾਂਗੀਰ ਵੇਲੇ ਤੱਤੀਆਂ ਤਵੀਆਂ ਪ੍ਰਵਾਨ ਕਰ ਲਈਆਂ ਸੀ ਪਰ ਜ਼ੁਲਮ ਅੱਗੇ ਗੋਡੇ ਨਹੀਂ ਸੀ ਟੇਕੇ। ਇਸ ਚੀਜ਼ ਦਾ ਬਹੁਤ ਵੱਡਾ ਕੁਐਸਚਨ ਆ। ਇੱਕ ਜਸਟਿਸ ਵੱਲੋਂ ਇਹ ਕਹਿਣਾ ਕਿ ਹੀਨੀਅਸ ਕ੍ਰਾਈਮ ਜਿਹੜਾ ਹੈਗਾ ਕੀ ਉਹ ਰਮਿਸ਼ਨ 'ਚ ਆ ਨਹੀਂ ਸਕਦਾ, ਇਹ ਕੈਟਾਗਰਾਈਜ਼ ਹੋਣਾ ਚਾਹੀਦਾ ਕਿ ਕੀ ਹੀਨੀਅਸ ਹੈ ਕੀ ਨਹੀਂ ਹੈ। ਜੇ ਨਿਰਭਇਆ ਦੀ ਮਦਰ ਜਿਹੜੀ ਕਿ ਉਦੋਂ ਆਪ ਗੈਂਗ ਰੇਪ ਦਾ ਸ਼ਿਕਾਰ ਹੋਈ ਹੈ, ਨਿਰਭਇਆ ਜੀ ਦੀ ਕੁੜੀ ਬਾਅਦ 'ਚ ਮਾਰ ਦਿੱਤੀ ਗਈ, ਉਹਨਾਂ ਬੰਦਿਆਂ ਨੂੰ ਫਾਂਸੀ ਦਿੱਤੀ ਗਈ। ਹੁਣ ਕਿਉਂ ਨਹੀਂ ਲੋਕ ਉਹ ਕੈਂਡਲ ਮਾਰਚ ਕਰ ਰਹੇ? ਇਹ ਵੀ ਮੈਂ ਕੱਲ ਰਾਜਦੀਪ ਸਰਦਸਾਈ ਦਾ ਵੀ ਮੈਂ op-ed ਪੜ੍ਹ ਰਿਹਾ ਸੀ ਗੱਲ, ਉਹਨੇ ਵੀ ਇਹੀ ਕੁਐਸਚਨ ਸਟਾਏ, ਆਹੀ ਕੁਐਸਚਨਸ ਬਰਖਾ ਦਾਤੜ ਅਠਾਰੀ ਆ। ਉਹਨੇ ਇੱਕ ਕੰਪੇਨ ਚਲਾਇਆ ਐਂ ਅਰਫਾਨਾ ਖਾਨਮ, ਉਹ ਵੀ ਬੋਲ ਰਹੀ ਆ ਵਾਇਰ ਤੇ ਕਿ ਆਹ ਚੀਜ਼ ਕੀ ਹੋ ਗਿਆ ਸਾਡੇ ਸਮਾਜ। ਹਜੇ ਤਾਂ ਇਨਸਾਫ ਸਿੱਖ ਕੌਮ ਨੂੰ 1984 ਦਾ ਨਹੀਂ ਮਿਲਿਆ। ਸਾਡੀਆਂ ਕਈ ਬਿਲਕਿਸ ਬਾਨੋ ਇਸ ਤਰ੍ਹਾਂ ਦੀ ਬਲੀ ਚੜੀਆਂ ਨੇ। ਉਸ ਸਮੇਂ ਵੀ ਅਸੀਂ ਜਾਨਣਾ ਚਾਹਾਂਗੇ ਸਰ ਕਿ ਉਸ ਸਮੇਂ ਕੋਈ ਸਿੱਖ ਸਪੋਰਟ ਕਰਨ ਦੇ ਲਈ, ਸਿੱਖ ਮਾਸੂਮਾਂ ਦੇ ਲਈ, ਔਰਤਾਂ ਦੇ ਲਈ, ਜਿਵੇਂ ਅੱਜ ਬਿਲਕਿਸ ਬਾਨੋ ਬਾਰੇ ਸਪੋਰਟ ਹੈਗੀ ਆ, ਰੱਬੀ ਸ਼ੇਰਗਿੱਲ ਦਾ ਤੁਸੀਂ ਨਾਮ ਲਿਆ, ਤੁਸੀਂ ਹੈਗੇ ਆ, ਹੋਰ ਬਹੁਤ ਲੋਕ ਆ ਜਿਹੜੇ ਆਪਣੀ ਕੈਪੈਸਿਟੀ ਦੇ ਵਿੱਚ ਕੋਸ਼ਿਸ਼ ਕਰ ਰਹੇ ਕਿ ਉਹ 84 ਵੇਲੇ ਜਿਹੜੀਆਂ ਔਰਤਾਂ ਨਾਲ ਜ਼ੁਲਮ ਕਮਾਏ ਗਏ, ਉਹਨਾਂ ਦੇ ਲਈ ਆਵਾਜ਼ਾਂ ਉੱਠੀਆਂ ਸੀ, ਉਹਨਾਂ ਨੂੰ ਇਨਸਾਫ ਦੇਣ ਦੇ ਲਈ। ਮੈਂ ਇੱਕ ਐਗਜ਼ਾਮਪਲ ਦਿੰਦਾ, ਜਦੋਂ 1984 ਹੋਇਆ, ਪਹਿਲੇ ਦਰਬਾਰ ਸਾਹਿਬ ਤੇ ਅਟੈਕ ਹੋਇਆ, ਸਰਦਾਰ ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ਼੍ਰੀ ਮੋੜਤਾ ਸੀ। ਖੁਸ਼ਵੰਤ ਸਿੰਘ ਕੌਣ ਨੇ? ਇੱਕ ਬੜੇ ਨਾਮੀ ਲਿਖਾਰੀ ਹੋਏ ਨੇ, ਬੜੇ ਨਾਮੀ ਸਮਾਜ ਚਿੰਤਕ ਹੋਏ ਨੇ। ਉਹਨਾਂ ਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਦੇ ਦੌਰਾਨ ਵੀ ਸਪੋਰਟ ਕੀਤੀ ਸੀ। ਨਾਮਵਰ ਪੱਤਰ ਜਦੋਂ ਉਹਨਾਂ ਨੇ ਦੁੱਖ ਆਪਣਾ ਜ਼ਾਹਰ ਕੀਤਾ, ਉਸ ਤੋਂ ਬਾਅਦ 84 ਦੀ ਕਾਰਨੇਜ ਹੋਈ, ਤਾਂ ਉਹਨਾਂ ਨੂੰ ਟੋਟਲ ਜਿਹੜੀ ਜਰਨਲਿਸਟਿਕ ਫਰਟਰਨਿਟੀ ਆ, ਬਾਰਿੰਗ ਫਿਊ ਪੀਪਲ, ਉਹਨਾਂ ਨੇ ਉਹਨਾਂ ਨੂੰ ਸ਼ਨ ਕਰਤਾ ਸੀ। ਉਹਨਾਂ ਨਾਲ ਗੱਲਬਾਤ ਬੰਦ ਕਰਤੀ ਸੀ, ਉਹਨਾਂ ਦੇ ਲੇਖ ਲੱਗਣੋਂ ਅਖਬਾਰਾਂ ਨੇ ਬੰਦ ਕਰਤੇ ਸੀ। ਇਹ ਇਸ ਤਰ੍ਹਾਂ ਦਾ ਮੋਹਨ ਭਾਗਵਤ ਜਿਹੜੇ RSS ਦੇ ਚੀਫ ਨੇ, ਕੀ ਆਪਾਂ ਇੱਦਾਂ ਦਾ ਆਦਰਸ਼ ਸਮਾਜ ਚਾਹੁੰਦੇ? ਇੱਦਾਂ ਦਾ ਆਪਾਂ ਮੇਕ ਇਨ ਇੰਡੀਆ ਜਿਹੜਾ ਹੈਗਾ ਮਾਰਕ, ਉਹ ਵਰਲਡ ਵਾਈਡ ਲੈ ਕੇ ਜਾਣਾ ਚਾਹੁੰਦੇ ਹਾਂ? ਹੁਣੇ ਟੈਕਸਾਸ ਦੇ ਵਿੱਚ ਇੱਕ ਅਮਰੀਕਨ ਵੂਮਨ ਨੇ 4 ਭਾਰਤੀ ਔਰਤਾਂ ਨੂੰ ਉਹਨੇ ਰੇਸ਼ੀਅਲ ਸਲਰਸ ਕਹੇ ਨੇ, ਐਂਡ ਸ਼ੀ ਹੈਜ਼ ਬੀਨ ਬੁੱਕਡ ਫॉर ਹੇਟ ਸਪੀਚ ਐਂਡ ਪ੍ਰੋਬਬਲੀ ਅਰੈਸਟ ਵੀ ਹੋ ਗਈ। ਮਤਲਬ ਕਿ ਇੰਨੀ ਸੈਂਸਿਟਿਵਿਟੀਜ਼ ਹੋਣ ਦੇ ਬਾਵਜੂਦ ਆਪਣਾ ਸਮਾਜ ਚੁੱਪ ਕਿਉਂ? ਹੁਣ ਕਿਉਂ ਨਹੀਂ ਦਿੱਲੀ ਦੀਆਂ ਸੜਕਾਂ ਤੇ ਲੋਕ ਆਏ? ਕਿਉਂ ਨਹੀਂ ਗਰਲ ਸਟੂਡੈਂਟਸ ਨੇ? ਮੈਂ ਇੱਕ ਵਾਰੀ ਲੇਖ ਪੜ੍ਹਿਆ ਸੀ, ਹਾਰਵਰਡ ਦੀ ਗਰਲ ਗ੍ਰੈਜੂਏਟ ਸੀ, ਉਹ ਇੰਡੀਆ ਦਾ ਟੂਰ ਕਰਕੇ ਗਈ ਸੀ। ਉਸ ਤੋਂ ਬਾਅਦ ਉਹਨੇ op-ed ਲਿਖਿਆ ਸੀ ਨਿਊਯਾਰਕ ਟਾਈਮਸ। ਉਹਨੇ ਕਿਹਾ ਸੀ ਇੰਡੀਆ ਇਜ਼ ਦਾ ਵਰਸਟ ਪਲੇਸ ਫॉर ਵੂਮਨ ਟੂ ਟਰੈਵਲ ਅਲੋਨ, ਸਪੈਸ਼ਲੀ ਇਫ ਯੂ ਆਰ ਫॉर। ਇੱਦਾਂ ਦੇ ਆਪਣੇ ਵਰਤਾਰੇ ਹੋਏ ਨੇ। ਇਸ ਤਰ੍ਹਾਂ ਦੀ ਆਪਾਂ ਪੋਲਿਟਿਕਸ ਇੰਡੀਆ 'ਚ ਨੈਰੇਟਿਵ ਬੁਣਿਆ ਜਾ ਰਿਹਾ। ਤਾਂ ਹੀ ਮੈਂ ਕਹਿੰਦਾ ਇੰਡੀਅਨ ਪੋਲਿਟਿਕਸ ਇਜ਼ ਅਬਾਊਟ measurement of numbers
ਔਰ ਮਾਰਕੀਟ ਆਫ ਨੰਬਰਸ, ਜਿਹਦੇ ਵਿੱਚ ਵੇਰੀਅਸ ਇਕੁਏਸ਼ਨਸ ਅਪਲਾਈਂਗ ਵੇਰੀਅਸ ਕੈਲਕੂਲੇਸ਼ਨਸ ਉਹਨਾਂ ਨੂੰ ਮੇਕ ਕਰਕੇ ਰਿਜ਼ਲਟਸ ਕੱਢੇ ਜਾਂਦੇ ਨੇ। ਐਂਡ ਅਲਟੀਮੇਟ ਇਹਨਾਂ ਲਈ ਜਿਹੜਾ ਆਦਰਸ਼ ਸਮਾਜ ਆ ਉਹ ਪਾਵਰ ਹੰਗਰ, ਪਾਵਰ ਦੀ ਗਰੀਡ ਆ ਐਟ ਐਨੀ ਜੀ। ਇਨਸਾਨਾਂ ਦੀ ਕੀਮਤ ਸਿਰਫ ਇੱਕ ਵੋਟ ਤੱਕ ਰਹਿ ਗਈ ਹੈ। ਸਾਡੇ ਸਿਰ ਜਿਹੜੇ ਆ ਉਹ ਸਿਰਫ ਇੱਕ ਵੋਟ ਦੀ ਕੀਮਤ ਰੱਖਦੇ ਨੇ। ਇਸੇ ਤਰ੍ਹਾਂ ਬਿਲਕਿਸ ਬਾਨੋ ਸਿਰਫ ਇੱਕ ਵੋਟ ਹੈ। ਆਪਾਂ ਅਕਸਰ ਰੌਲਾ ਪਾਉਂਦੇ ਹਾਂ ਇਸ ਗੱਲ ਤੇ ਕਿ ਸਾਡੀਆਂ ਉਸ ਟਾਈਮ ਔਰਤਾਂ ਦੇ ਨਾਲ ਦਿੱਲੀ ਦੇ ਵਿੱਚ, ਦਿੱਲੀ ਤੋਂ ਵੀ ਬਾਹਰ ਜਿਹੜੇ ਸੀ, ਉਹਨਾਂ ਦਾ ਕੀ ਪਾਣਾ ਵਾਪਰਿਆ ਉਹ। ਲੇਕਿਨ ਆਪਣੀ ਲੀਡਰਸ਼ਿਪ ਔਰ ਨਾਲ ਹੀ ਆਪਾਂ ਲੀਡਰਸ਼ਿਪ ਤੋਂ ਇਲਾਵਾ ਇੱਕ ਉਸ ਲੈਵਲ ਤੇ ਵੀ ਆ ਕੇ ਗੱਲ ਕਰੀਏ ਕਿ ਐਜ਼ ਅ ਸਿੱਖ ਆਲ ਟੂਗੈਦਰ ਆਪਾਂ ਆਪਣੇ ਆਪ ਨੂੰ ਇੱਕ ਗੁਰੂ ਦੇ ਫਲਸਫੇ ਦੇ ਅਧੀਨ ਮੰਨ ਕੇ ਪੂਰੇ ਦੁਨੀਆ ਦਾ ਇੱਕ ਧਰਮ ਮੰਨਦੇ ਆ, ਫਿਰ ਇੰਨੀ ਚੁੱਪੀ ਕਿਉਂ? ਆਪਣੇ ਪੋਲਿਟਿਕਸ ਦੇ ਵਿੱਚ ਵੀ, ਪੰਥਕ ਪੋਲਿਟਿਕਸ ਦੇ ਵਿੱਚ ਵੀ ਔਰ ਸਾਡੇ ਪੰਥ ਦੇ ਵਿੱਚ ਵੀ। ਮੈਂ ਮਨਵੀਰ ਖੜਾ ਹਾਂ ਅੱਜ ਯਾਦਾਂ ਦੀ ਉਸ ਕਿਤਾਬ ਤੇ, ਤੱਕ ਰਿਹਾ ਹਾਂ ਉਹ ਜਾਂਦੀਆਂ ਪੈੜਾਂ ਜੋ ਬਣ ਕੇ ਡੂੰਘੇ ਜ਼ਖਮ ਮੇਰੇ ਮੱਥੇ ਦੀਆਂ ਲਕੀਰਾਂ ਦੇ ਅਤੇ ਵਿੱਚ ਹੀ ਸਿਮਟ ਗਈਆਂ। ਇਹ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ। ਇੱਥੇ ਲੋਕਾਂ ਦੇ ਮੱਥੇ ਤੇ ਲਕੀਰਾਂ ਕੱਢੀਆਂ ਜਾਂਦੀਆਂ ਨੇ, ਹਿੱਕਾਂ ਤੇ ਲੀਹਾਂ ਵਾਹੀਆਂ ਜਾਂਦੀਆਂ ਨੇ। ਮਾਨਵਤਾ ਦਾ ਜੋ ਘਾਣ ਹੋ ਰਿਹਾ ਬਿਕੋਜ਼ ਆਫ ਦਾ ਨੇਚਰ ਆਫ ਇੰਡੀਅਨ ਪੋਲਿਟਿਕਸ, ਉਸ ਦੇ ਸੰਦਰਭ ਵਿੱਚ ਹੀ ਮੈਂ ਸੋਚਦਾ ਕਿ ਸੈਲਫ ਓਰੀਐਂਟਡ ਗੋਲਸ ਨਾਲ ਪੋਲਿਟਿਕਸ ਖੇਡੀ ਜਾਂਦੀ ਹੈ, ਜਦ ਕਿ ਪੋਲਿਟਿਕਸ ਇਜ਼ ਏ ਸੋਸ਼ਲ ਰਿਸਪੋਂਸਿਬਿਲਿਟੀ, ਇੱਕ ਸਮਾਜ ਦੀ ਸੇਵਾ ਹੈਗੀ ਆ। ਸਭ ਨਾਲੋਂ ਉੱਤਮ ਮੰਨਿਆ ਜਾਂਦਾ ਇਸ ਨੂੰ ਸੇਵਾ 'ਚ ਕਿ ਇਸ ਚੀਜ਼ ਰਾਹੀਂ ਤੁਸੀਂ ਇੱਕ ਸਮਾਜ ਸਿਰਜਣਾ, ਨਾ ਕਿ ਆਪਣੀ ਸੈਲਫ ਇੰਡੀਵਿਜੁਅਲਿਟੀ ਸਿਰਜਣਾ। These aspects do raise the question of fault lines in Indian politics, ਜੋ ਮੈਂ ਜਿਸ ਬਾਰੇ ਮੈਂ ਹੁਣ ਕਿਤਾਬ ਆਪਣੀ ਤਿਆਰ ਕੀਤੀ ਆ, ਅਜੇ ਮੈਨੂਸਕ੍ਰਿਪਟ ਹੈਗੀ ਆ, but I have brought several of my articles which go in depth about these fault lines. ਜੀ ਫਾਲਟ ਲਾਈਨਸ ਦੇ ਉੱਤੇ ਇੱਕ ਆਪਣਾ ਦੂਸਰਾ ਜਿਹੜਾ ਇੱਕ ਮੋਸਟ ਸਿਗਨੀਫੀਕੈਂਟ ਟੌਪਿਕ ਮੈਂ ਉਹਨੂੰ ਅੱਜ ਦੇ ਸਮੇਂ ਦੇ ਵਿੱਚ ਕਵਾਂਗੀ ਵੀ। 2017 ਦੇ ਵਿੱਚ, ਨਵੰਬਰ 2017 ਦੇ ਵਿੱਚ ਇੱਕ ਮੁੰਡੇ ਨੂੰ ਜੋ ਇੰਗਲੈਂਡ ਤੋਂ ਇੱਥੇ ਵਿਆਹ ਕਰਵਾਉਣ ਲਈ ਆਇਆ ਸੀ, ਉਹਨੂੰ ਅਰੈਸਟ ਕਰ ਲਿਆ ਜਾਂਦਾ, ਰਣਜੀਤ ਸਿੰਘ ਜੀ, ਜੱਗੀ ਜੌਹਲ। ਉਦੋਂ ਤੋਂ ਹੀ ਇੱਕ ਪਾਸੇ ਤਾਂ ਉਹਦਾ ਪਰਿਵਾਰ ਜਿਹੜਾ ਆ ਪਲੱਸ ਯੂਕੇ ਡਾਇਸਪੋਰਾ ਇੱਕ ਕੰਪੇਨ, ਭਾਵਨਾਤਮਕ ਕੰਪੇਨ ਚਲਾਉਂਦੇ ਨੇ ਕਿ ਜੱਗੀ ਦਾ ਕੋਈ ਕਸੂਰ ਨਹੀਂ ਆ, ਉਹਦੇ ਤੇ ਟਾਰਚਰ ਹੋਇਆ ਆ। ਇੱਕ ਬੇਭਰੋਸਗੀ ਵੀ ਹੈਗੀ ਆ ਪੁਲਿਸ ਤੰਤਰ ਦੇ ਉੱਤੇ। ਔਰ ਨਾਲ ਹੀ ਜਿਹੜੀ ਆਪਣੀ ਪੁਲਿਸ ਦੀਆਂ ਜਿੰਨੀਆਂ ਅੱਜ ਤੱਕ ਦੀਆਂ ਜੋ ਉਹਨਾਂ ਦੀਆਂ ਚਾਰਜ ਸ਼ੀਟਸ ਨੇ, ਜੋ ਵੀ ਉਹਨਾਂ ਨੇ ਥਿਊਰੀ ਡਿਵੈਲਪ ਕੀਤੀ, ਉਹ ਕਹਿੰਦੇ ਕਿ 7 ਟਾਰਗੇਟਡ ਕਿਲਿੰਗਸ ਹੋਈਆਂ ਸੀ ਸਾਲ 2016 ਤੇ 17 ਦੇ ਵਿੱਚ। ਉਹਦੇ ਦੋਸ਼ ਦੇ ਵਿੱਚ ਉਹਨਾਂ ਦੇ ਵਿੱਚ ਕੰਸਪਾਇਰੇਟਰ ਕਹਿ ਰਹੇ ਨੇ ਜੱਗੀ ਜੌਲ ਨੂੰ। ਸੋ ਇੱਕ ਪਾਸੇ ਪਰਿਵਾਰ ਆ ਜਿਹੜੇ ਕਹਿੰਦੇ ਆ ਕਿ ਜਿਨ੍ਹਾਂ ਨੇ ਕੰਪੇਨ ਚਲਾਈ ਔਰ ਪੋਸਟਰ ਬॉय ਬਣਾ ਦਿੱਤਾ ਜੱਗੀ ਜੌਲ ਨੂੰ, ਸਿੰਬਲ ਆਫ ਇਨੋਸੈਂਸ। ਔਰ ਦੂਸਰੇ ਪਾਸੇ ਆਪਣੀ ਪੁਲਿਸ ਆ ਜਿਹੜੀ ਇੱਕ ਤਾਂ ਟ੍ਰਾਇਲ ਬਹੁਤ ਪੈਂਡਿੰਗ ਹੋਈ ਜਾ ਰਿਹਾ ਹੈ, 2017 ਤੋਂ ਜੇਲ੍ਹ ਦੇ ਵਿੱਚ ਹੈ, ਪਲੱਸ ਜਿਹੜਾ ਇੱਕ ਉਹਨੂੰ ਕੰਸਪਾਇਰੇਟਰ ਕਹਿਣਾ। ਹੁਣ ਇਹਦੇ ਅਰਾਊਂਡ ਆਮ ਜੇ ਲੋਕਾਂ ਨੂੰ ਪੁੱਛੀਏ ਤਾਂ ਲੋਕਾਂ ਦੇ ਵਿੱਚ, ਨੌਜਵਾਨੀ ਦੇ ਵਿੱਚ ਇਸ ਚੀਜ਼ ਦੀ ਕਲੈਰਿਟੀ ਨਹੀਂ ਹੈ, ਕਿਉਂਕਿ ਜਿੰਨੀ ਦੇਰ ਤੱਕ ਆਪਣਾ ਕਾਨੂੰਨ ਆਪਾਂ ਨੂੰ ਕਹਿ ਨਹੀਂ ਦਿੰਦਾ ਵੀ ਜੱਗੀ ਦਾ ਕੋਈ ਕਸੂਰ ਸੀ, ਤਾਂ ਆਪਾਂ ਉਹਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ। ਪਰ ਉਹਦਾ ਪਰਿਵਾਰ ਜਿਹੜਾ ਆ ਉਹ ਲਗਾਤਾਰ ਸੰਘਰਸ਼ 'ਚ ਹੈ। ਪਲੱਸ ਹੁਣ ਰੀਸੈਂਟ ਡਿਵੈਲਪਮੈਂਟਸ ਆ ਜੋ ਤੁਸੀਂ ਬਹੁਤ ਜਾਣੂ ਆ ਉਸ ਚੀਜ਼ ਤੋਂ, ਤੇ ਮੈਂ ਚਾਹੁੰਦੀ ਤੁਸੀਂ ਇਸ ਹੈਸ਼ਟੈਗ ਫ੍ਰੀ ਜੱਗੀ ਨਾਓ ਔਰ ਪੂਰਾ ਕੇਸ ਜੱਗੀ ਦਾ ਜੋ ਤੁਸੀਂ ਆਪਣੇ ਐਕਸਪੀਰੀਅੰਸ 'ਚੋਂ ਕਹਿ ਸਕਦੇ ਹੋ ਸਰ। ਪਹਿਲੇ ਮੈਂ ਬਿਲਕਿਸ ਬਾਨੋ ਦਾ ਜੋ ਆਦਰਸ਼ ਸਮਾਜ ਦੀ ਗੱਲ ਹੋ ਰਹੀ ਨਾ, ਉਹਦੀਆਂ 2 ਲਾਈਨਾਂ ਬੋਲਣਾ ਚਾਹੂੰਗਾ ਕਿ ਇੱਥੇ ਜਿਹੜਾ ਸਮਾਜ ਆ ਉਹ ਕਤਲ ਹੋਇਆ ਮੇਰਾ ਇਸ ਤਰ੍ਹਾਂ ਕਿਸ਼ਤਾਂ ਵਿੱਚ, ਕਤਲ ਹੋਇਆ ਮੇਰਾ ਇਸ ਤਰ੍ਹਾਂ ਕਿਸ਼ਤਾਂ ਵਿੱਚ, ਕਦੇ ਖੰਜਰ ਬਦਲ ਗਿਆ, ਕਦੇ ਕਾਤਲ ਬਦਲ ਗਿਆ, ਕਦੇ ਖੰਜਰ ਬਦਲ ਗਿਆ, ਕਦੇ ਕਾਤਲ ਬਦਲ ਗਿਆ। ਇੱਥੇ ਮੰਜ਼ਰ ਇੱਦਾਂ ਦੇ ਚੱਲ ਰਿਹਾ। ਇੱਥੋਂ ਤੱਕ ਜਗਤਾਰ ਸਿੰਘ ਜੌਹਲ ਔਰ ਜੱਗੀ ਜੌਹਲ ਦਾ ਸਵਾਲ ਆ, ਉਹਦੇ ਬਾਰੇ ਹੁਣ ਨਵੀਂ ਜਿਹੜੀਆਂ ਰਿਪੋਰਟਸ ਆਈਆਂ ਨੇ, ਇਨਪੁਟਸ ਆਈਆਂ ਨੇ, ਉਹਦਾ ਕੇਸ ਹਿਸਟਰੀ ਮੈਂ ਬਾਅਦ 'ਚ ਦੱਸਦਾ। ਉਹ BBC ਨੇ ਆਪਣਾ ਇਨਵੈਸਟੀਗੇਟਿੰਗ ਟੀਮ ਰਾਹੀਂ, ਇੱਕ ਹਿਊਮਨ ਰਾਈਟਸ ਇੰਡੀਪੈਂਡੈਂਟ ਬੋਡੀ ਆ, ਉਹਨਾਂ ਦੀਆਂ ਫਾਈਂਡਿੰਗਸ ਨੂੰ ਉਹਨਾਂ ਨੇ ਉਸ ਬਾਰੇ ਡਿਸਕਸ ਕੀਤਾ ਆਪਣੇ ਵਰਲਡ ਚੈਨਲ 'ਤੇ। ਉਹਦੇ 'ਚ ਉਹਨਾਂ ਨੇ ਦੱਸਿਆ ਇਹ ਕਿ ਜਦੋਂ ਜੱਗੀ ਜੌਹਲ ਇੰਗਲੈਂਡ ਦੇ ਵਿੱਚ ਸੀਗਾ, ਉਹ ਸਕਾਟਲੈਂਡ ਦਾ ਵਸਨੀਕ ਆ, ਡਰਮਬਰਟਨ ਨਾਮ ਦੇ ਸ਼ਹਿਰ ਦਾ ਉੱਥੋਂ ਦਾ ਵਸਨੀਕ ਆ। ਉਹ ਜਦੋਂ ਇੰਗਲੈਂਡ ਤੋਂ ਇੰਡੀਆ ਆਇਆ ਜਾਂ ਉਸ ਤੋਂ ਪਹਿਲੇ ਇੰਡੀਅਨ ਅਥਾਰਟੀਜ਼ ਨੂੰ ਜਿਹੜੀ ਬ੍ਰਿਟਿਸ਼ ਦੀ ਇੰਟੈਲੀਜੈਂਸ ਆ M6, ਉਹਨਾਂ ਨੇ ਟਿਪ ਆਫ ਕੀਤਾ ਇੰਡੀਅਨ ਇੰਟੈਲੀਜੈਂਸ ਨੂੰ
कि दिस परसन शुड बी वॉच्ड। कोई इस करके ਇਹ ਕੁਐਸਚਨਸ ਉੱਠ ਰਹੇ ਨੇ ਕਿ ਬ੍ਰਿਟਿਸ਼ ਇੰਟੈਲੀਜੈਂਸ ਨੂੰ ਜੇ ਕੋਈ ਇਹਦੇ ਤੇ ਸ਼ੱਕ ਸੀਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਸੀਗਾ ਕੋਈ ਸੰਦਰਭ ਸੀਗਾ ਕਿ ਹੀ ਇਜ਼ ਇਨਵੋਲਵਡ ਇਨ ਸਮ ਅਨਲੌਫੁਲ ਐਕਟੀਵਿਟੀਜ਼ ਤਾਂ ਉਹਨੂੰ ਉੱਥੇ ਰੋਕਣਾ ਚਾਹੀਦਾ ਸੀ, ਉੱਥੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ। ਬ੍ਰਿਟਿਸ਼ ਦਾ ਲਾਅ ਹੈਗਾ ਕਿ ਦੇ ਕੈਨ ਨੈਵਰ ਸੈਂਡ ਏ ਸਿਟੀਜ਼ਨ ਜਿਹੜਾ ਬ੍ਰਿਟਿਸ਼ ਆ ਤਾਂ ਕਿ ਉਹ ਕਿਤੇ ਹੋਰ ਜਾ ਕੇ ਉਹਨਾਂ ਦੇ ਟਿਪ ਆਫ ਤੇ ਜਾ ਕੇ ਟਾਰਚਰ ਹੋਏ, ਕਿਉਂਕਿ ਐਲੀਗੇਸ਼ਨਸ ਲੱਗ ਰਹੇ ਨੇ ਜਿਹੜੇ ਕ੍ਰੈਡੀਬਲ ਐਲੀਗੇਸ਼ਨਸ ਨੇ ਕਿ ਹੀ ਵਾਜ਼ मतलब कि सीरियसली टॉर्चर्ड ड्यूरिंग द पुलिस इंटरोगेशन। इस जग्गी जौल 2 अक्तूबर 2017 ਨੂੰ ਆਪਣੇ ਪਰਿਵਾਰ ਨਾਲ ਜਲੰਧਰ ਕੋਲੇ ਦਾ ਪਿੰਡ ਆ ਉੱਥੇ ਆਏ ਸੀ। ਇਹ 17 ਤਰੀਕ ਨੂੰ ਅਕਤੂਬਰ ਨੂੰ ਇਹਦੀ ਮੈਰਿਜ ਹੁੰਦੀ ਆ। ਉਸ ਤੋਂ ਬਾਅਦ ਇਹਦਾ ਪਰਿਵਾਰ ਵਾਪਸ ਇੰਗਲੈਂਡ ਚਲਾ ਜਾਂਦਾ। ਹੀ ਪ੍ਰੈਫਰ ਟੂ ਸਟੇ ਹੇਅਰ। ਇਹ ਇਸ ਤੋਂ ਪਹਿਲੇ ਜਦੋਂ ਸਕਾਟਲੈਂਡ ਡਰਮਬਰਟਨ ਸੀਗਾ ਇਹ ਜੋ ਸਿੱਖ ਪ੍ਰੋਸੀਕਿਊਸ਼ਨ ਹੋ ਰਹੀ ਸੀ ਉਹਦੇ ਬਾਰੇ ਕੋਈ ਇਹ ਸਾਈਡ ਚਲਾ ਰਿਹਾ ਸੀ। ਇਹ ਉਹਦਾ ਜੋ ਪੰਜਾਬੀ ਹੁੰਦਾ ਸੀ ਉਹਦਾ ਇੰਗਲਿਸ਼ ਅਨੁਵਾਦ ਕਰਕੇ ਲਿਟਰੇਚਰ ਬਣਦਾ ਸੀ। ਹੀ ਵਾਜ਼ ਇਨਵੋਲਵਡ ਇਨ ਦਿਸ ਕਾਈਂਡ ਆਫ ਐਕਟੀਵਿਟੀਜ਼। ਇਹਦੇ ਬਾਰੇ ਇੰਗਲੈਂਡ 'ਚ ਬਹੁਤ ਆਵਾਜ਼ ਉੱਠੀ ਆ। ਜਦੋਂ ਇਹਨੂੰ ਨਵੰਬਰ 2 2017 ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ। ਪਹਿਲੇ ਇਹਨੂੰ ਆਰਮਸ ਰਿਕਵਰੀ ਕੇਸ ਵਿੱਚ ਅਰੈਸਟ ਕੀਤਾ ਸੀ। ਬਾਘਾ ਪੁਰਾਣਾ ਪੁਲਿਸ ਸਟੇਸ਼ਨ ਦਾ ਕੇਸ ਸੀਗਾ। ਹੁਣ ਇਹਦੇ ਤੇ 11 ਕੇਸ ਚੱਲ ਰਹੇ ਨੇ। ਉਹਦੇ 'ਚ 7 ਜਿਹੜੇ ਕੇਸ ਨੇ ਉਹ ਟਾਰਗੇਟਡ ਕਿਲਿੰਗਸ ਦੇ ਨੇ। ਉਹਦੇ 'ਚ 5 ਮਰਡਰ ਦੇ ਕੇਸ ਨੇ, 2 ਅਟੈਂਪਟ ਟੂ ਮਰਡਰ ਦੇ ਕੇਸ ਨੇ। ਪਰ ਇਹਦੇ 3 ਕੇਸਾਂ 'ਚ ਇਹਨੂੰ ਜ਼ਮਾਨਤ ਮਿਲ ਚੁੱਕੀ ਆ। ਬਾਕੀ ਕੇਸ ਇਹਦੇ ਚੱਲ ਰਹੇ ਨੇ। ਇਹਨਾਂ ਦੀ ਚਾਰਜਸ਼ੀਟ ਕੁਛ ਕੇਸਾਂ 'ਚ ਫਾਈਲ ਹੋਈ ਆ, ਕੁਛ 'ਚ ਨਹੀਂ ਹੋਈ। ਪਰ ਹੀ ਸਟਿਲ ਅੰਡਰ ਡਿਟੈਂਸ਼ਨ ਇਨ ਤਿਹਾੜ ਜੇਲ੍ਹ ਇਨ ਦਿੱਲੀ। ਪਰ ਇਹਦਾ ਜੋ ਕੇਸ ਹੈਗਾ ਉਹਨੂੰ ਵਰਲਡ ਵਾਈਡ ਅਟੈਂਸ਼ਨ ਮਿਲੀ ਹੈਗੀ ਆ। ਉਹਦੇ ਬਾਰੇ ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਡਿਬੇਟਸ ਹੋਈਆਂ ਨੇ। ਬ੍ਰਿਟਿਸ਼ ਪਾਰਲੀਮੈਂਟਰੀ ਮੈਂਬਰ ਪਾਰਲੀਮੈਂਟਸ ਨੇ ਇਸ ਬਾਰੇ ਆਪਣਾ ਕੰਸਰਨਸ ਜਤਾਏ ਨੇ ਕਿ ਹਾਊ ਹੀ ਇਜ਼ ਬੀਂਗ ਟਰੀਟਡ। ਈਵਨ ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਬੋਰਿਸ ਜੌਨਸਨ, ਹੁਣ ਤਾਂ ਉਹ ਰਹਿ ਚੁੱਕੇ ਆ, ਉਹਨਾਂ ਨੇ ਇਹ ਇਸ਼ੂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਉਠਾਇਆ ਸੀ। ਉਹਨਾਂ ਨੇ ਜਦੋਂ ਆਪਣੇ ਫੈਲੋ ਮੈਂਬਰ ਪਾਰਲੀਮੈਂਟਸ ਨੂੰ ਚਿੱਠੀ ਲਿਖੀ ਤਾਂ ਉਹਨਾਂ ਨੇ ਉਹਦੇ ਵਿੱਚ ਲਿਖਿਆ ਸੀਗਾ ਕਿ ਜੱਗੀ ਜੌਲ ਹੈਜ਼ ਬਿਕਮ ਏ ਟਾਰਗੇਟ ਆਫ ਆਰਬਿਟਰਲੀ ਡਿਟੈਂਸ਼ਨ, ਕਿ ਉਹਨੂੰ ਨਜਾਇਜ਼ ਹਿਰਾਸਤ 'ਚ ਰੱਖਿਆ। ਬੀਇੰਗ ਏ ਬ੍ਰਿਟਿਸ਼ ਸਿਟੀਜ਼ਨ ਉੱਥੋਂ ਦੇ ਪ੍ਰਾਈਮ ਮਿਨਿਸਟਰ ਆਪਣੀ ਰਿਸਪੌਂਸਿਬਿਲਿਟੀ ਸਮਝਦੇ। ਪਰ ਹੁਣ ਜਿਹੜਾ ਵਿਵਾਦ ਉੱਠਿਆ, ਜੋ ਬ੍ਰਿਟਿਸ਼ ਇੰਟੈਲੀਜੈਂਸ ਦੀ ਭੂਮਿਕਾ ਸਾਹਮਣੇ ਆਈ ਹੈ, ਉਹਦੇ ਬਾਰੇ ਜਿਹੜੀ ਸਿੱਖ ਫੈਡਰੇਸ਼ਨਸ ਨੇ ਉੱਥੇ ਇੰਗਲੈਂਡ ਦੇ ਵਿੱਚ, ਉਹਨਾਂ ਨੇ ਸ਼ੱਕ ਕੀਤਾ ਜਿਹੜੇ ਫੈਲੋ ਸਿੱਖ ਪੁਲਿਸਮੈਨ ਵੀ ਇਹਨਾਂ ਦੀ ਉੱਥੇ ਉਹਨਾਂ ਦੀ ਬਣੀ ਹੋਈ ਆ ਐਸੋਸੀਏਸ਼ਨ ਜਿਹੜੀ ਸਿੱਖ ਪੁਲਿਸ ਵਿੱਚ ਕੰਮ ਕਰਦੇ ਨੇ, ਖਾਸ ਕਰਕੇ ਵੈਸਟ ਮਿਡਲੈਂਡ ਜਿਹੜਾ ਏਰੀਆ ਹੈਗਾ ਇੰਗਲੈਂਡ ਦਾ। ਉਹਦੇ ਵਿੱਚ ਉਹਨਾਂ ਨੇ ਉਸ ਪੁਲਿਸ ਨੂੰ ਬਾਈਕਾਟ ਕਰਨ ਲਈ ਕਿਹਾ। ਸਿੱਖ ਫੈਡਰੇਸ਼ਨ ਨੇ, ਜਿਹੜੇ ਹੋਰ ਵੀ ਸਿੱਖ ਗਰੁੱਪ ਨੇ ਆਪਣਾ ਰੋਸ ਜਤਾਇਆ। ਉਹ ਇਸ ਚੀਜ਼ ਨੂੰ ਸਸਪੈਕਟ ਕਰਦੇ ਆ, ਸ਼ੱਕ ਕਰਦੇ ਆ ਕਿ ਜੱਗੀ ਜੌਲ ਬਾਰੇ ਜੋ ਵੀ ਇਨਫੋਰਮੇਸ਼ਨ ਫੀਡ ਕੀਤੀ ਗਈ ਆ, ਕਿਉਂਕਿ ਜੱਗੀ ਜੌਲ ਸਿੱਧਾ ਟਾਰਗੇਟ ਕਿਲਿੰਗਸ ਦੇ ਵਿੱਚ ਉਹਦਾ ਨਹੀਂ ਆਉਂਦਾ। ਉਹਦਾ ਨਾਂ ਆਉਂਦਾ ਕਿ ਹੀ ਫੰਡਡ ਦੈਟ ਟੈਰਰ। ਜਿਹੜੇ ਮਤਲਬ ਕਿ ਮੈਂ ਇਹ ਕਹਿਣਾ ਚਾਹੂੰਗਾ ਮਨੀਰ ਕਿ ਉਹਦੇ 'ਚ ਕਰਕੇ ਸਿੱਖ ਆਫੀਸਰਸ ਐਸੋਸੀਏਸ਼ਨ ਦੇ ਜਿਹੜੇ ਸਪੋਕਸ ਪਰਸਨ ਨੇ ਜਸਵੀਰ ਸਿੰਘ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਸਾਡਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਅਸੀਂ ਇਹਦੇ ਬਾਰੇ ਕੋਈ ਨਾ ਅਸੀਂ ਇਹਨੂੰ ਕੋਈ ਫੋਲੋ ਕਰ ਰਹੇ ਸੀ, ਨਾ ਅਸੀਂ ਕੋਈ ਇਹਦਾ ਟਿਪ ਆਫ ਕੀਤਾ। ਇਹ ਡਾਇਰੈਕਟਲੀ ਇਨਵੋਲਵਸ ਦਾ ਇੰਟੈਲੀਜੈਂਸ ਆਫ ਦਾ ਬ੍ਰਿਟਿਸ਼ ਗਵਰਨਮੈਂਟ ਵੀ M6 ਨਾਲ ਤੁਸੀਂ ਗੱਲ ਕਰੋ। ਇਹ ਇਸ਼ੂ ਉੱਠ ਰਿਹਾ ਪਾਰਲੀਮੈਂਟ 'ਚ ਵੀ ਇਸ਼ੂ ਉੱਠੂਗਾ ਬ੍ਰਿਟਿਸ਼ ਦੇ ਵਿੱਚ, ਕਿਉਂਕਿ ਪਹਿਲੇ ਵੀ 1984 ਦਾ ਜਦੋਂ ਇੰਡੀਅਨ ਆਰਮੀ ਦਾ ਅਟੈਕ ਹੋਇਆ ਸੀ ਦਰਬਾਰ ਸਾਹਿਬ ਤੇ, ਉਦੋਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀਗੀ ਮਾਰਗਰਟ ਥੈਚਰ। ਉਦੋਂ ਵੀ ਇਹਨਾਂ ਦੀ ਜਿਹੜੀ ਆਰਮੀ ਤੇ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਖਬਰਾਂ ਬਾਅਦ ਆਈਆਂ ਸੀ ਕਿ ਇਹਨਾਂ ਨੇ ਆਪਣੀ ਅਸਿਸਟੈਂਸ ਦਿੱਤੀ ਸੀ ਇੰਡੀਅਨ ਗਵਰਨਮੈਂਟ ਨੂੰ ਤੇ ਇੰਡੀਅਨ ਆਰਮੀ ਟੂ ਅਟੈਕ ਦ ਗੋਲਡਨ ਦਰਬਾਰ ਸਾਹਿਬ। ਇਸ ਚੀਜ਼ ਵਿੱਚ ਇਹ ਕੁਐਸਚਨ ਜੱਗੀ ਜੌਲ ਦਾ ਨਹੀਂਗਾ। ਜੇ ਇਸ ਤਰ੍ਹਾਂ ਦੀ ਬਾਹਰਲੀਆਂ ਇੰਟੈਲੀਜੈਂਸ ਏਜੰਸੀਜ਼ ਦਿੰਦੀਆਂ ਨੇ ਆਪਣੇ ਨਾਗਰਿਕਾਂ ਬਾਰੇ ਤਾਂ ਉਹਨਾਂ ਨੂੰ ਉੱਥੇ ਹੱਲ ਕਰਨਾ ਚਾਹੀਦਾ। ਕਿਸੇ ਨੂੰ ਬਲਦੀ ਦੀ ਝੱਗੀ ਵਿੱਚ ਨਹੀਂ ਭੇਜਣਾ ਚਾਹੀਦਾ। ਜਿੱਥੋਂ ਤੱਕ ਰਿਹਾ ਇਹ ਟਾਰਗੇਟਡ ਕਿਲਿੰਗਸ ਦਾ ਸਵਾਲ, ਮੈਂ ਇਸ ਨੂੰ ਕੰਡੈਮ ਕਰਦਾ। ਜੋ ਇਸ ਤਰ੍ਹਾਂ ਦਾ ਵਾਇਲੈਂਸ ਦਾ ਵਰਤਾਰਾ ਪੰਜਾਬ 'ਚ ਉਜਾਗਰ ਹੋ ਰਿਹਾ ਪਿਛਲੇ ਕਈ ਸਾਲਾਂ, ਇਹ ਆਈ ਥਿੰਕ ਇਹ ਬਹੁਤ ਮਿਸਡਾਇਰੈਕਟਡ ਆ। ਜੇ ਸੋਚਦੇ ਵੀ ਇਹਦੇ ਨਾਲ ਕੋਈ ਸਿੱਖ ਸੋਚ ਨੂੰ ਵਧਾ ਰਿਹਾ, ਮੇਰਾ ਖਿਆਲ ਉਹ ਸਿੱਖ ਸੋਚ ਨੂੰ ਬਲਰ ਕਰ ਰਿਹਾ, ਉਹਨੂੰ ਧੁੰਦਲਾ ਕਰ ਰਿਹਾ, ਉਹਨੂੰ ਇੱਕ ਟੈਰਰਿਜ਼ਮ ਦਾ ਨੈਰੇਟਿਵ ਦੇ ਰਿਹਾ। ਠੀਕ ਆ, ਮੇਰੇ ਤੇ ਵਾਇਲੈਂਸ ਦਾ ਕਨਵਿਕਸ਼ਨ ਹੋਈ ਆ, ਪਰ ਸਾਡੀ ਵੇਲੇ ਵਾਇਲੈਂਸ ਜਿਹੜੀ ਸੀ ਉਹ ਮੋਰਲ ਇਸ਼ੂ ਸੀ, ਸਾਡੀ ਪ੍ਰਾਈਡ ਤੇ ਡਿਗਨਿਟੀ ਦਾ ਮੈਟਰ ਸੀ। ਹੁਣ ਮੈਨੂੰ ਇਹ ਦੱਸੋ ਵੀ ਸ਼ਿੰਗਾਰ ਸਿਨੇਮੇ ਵਿੱਚ ਈਦ ਵਾਲੇ ਦਿਨ ਬਲਾਸਟ ਕਰਨੇ ਸਿੱਖ, ਉੱਦਾਂ ਦੇ ਜਿਹੜੇ
ਮਿਸਡਾਇਰੈਕਟਡ ਸਿੱਖ ਯੂਥ ਆ, ਇਹਨੂੰ ਤੁਸੀਂ ਕੀ ਕਹੋਗੇ? ਜਿਹੜੇ ਇੱਕ ਤੁਸੀਂ ਪ੍ਰੀਸਟ ਨੂੰ, ਕੈਥਲਿਕ ਕ੍ਰਿਸਚਨ ਪ੍ਰੀਸਟ ਨੂੰ ਮਾਰ ਦੇਣਾ, ਇੱਕ ਜਾਂ ਕੋਈ ਰਾਈਟ ਵਿੰਗ ਹਿੰਦੂ ਗਰੁੱਪਸ ਦੇ ਬੰਦੇ ਮਾਰਦੇ ਨੇ, ਕੋਈ ਡੇਰਾ ਪ੍ਰੇਮੀ ਮਾਰਦੇ ਨੇ, ਵਟ ਪਰਪਸ ਡਜ਼ ਇਟ, ਮਤਲਬ ਕਿ ਕੀ ਇਹ ਪਰਪਸ ਸਾਨੂੰ ਦਰਸਾ ਰਿਹਾ, ਵਟ ਡਜ਼ ਇਟ ਪੋਰਟਰੇ? ਇਹਦੇ ਬਾਰੇ मैं यही कहना चाहूँगा, उन्हें खुदा का अमाल शर्मसार कर देगा, विछा रहे हैं जो कांटे किसी की राहों में। ये ਜਿਹੜੇ ਕੰਡੇ ਵਿਛਾਏ ਜਾ ਰਹੇ ਨੇ ਪੰਜਾਬ 'ਚ ਸਿੱਖ ਨੌਜਵਾਨੀ ਵਿੱਚ, ਐਗਜ਼ੂਬਰੈਂਸ ਹੈਗੀ ਆ, ਪਰ ਉਹ ਐਗਜ਼ੂਬਰੈਂਸ ਐਮਟੀਨੈਸ, ਉਹ ਐਮਟੀਨੈਸ ਦਾ ਜਿਹੜਾ ਅਲਿਓਰ ਆ, ਪੀਪਲ ਆਰ ਲੁਕਿੰਗ ਫॉर ਵੇਜ਼। ਤੇ ਇਹ ਵੀ ਇਹਨਾਂ ਨੂੰ ਸੋਚ ਲੈਣਾ ਚਾਹੀਦਾ, ਜਿਹੜੀਆਂ ਕੋਈ ਇਸ ਤਰ੍ਹਾਂ ਦੀਆਂ ਤਾਕਤਾਂ ਇਹ ਸੋਚਦੀਆਂ ਨੇ ਆਪਣੇ ਸੇਫ ਹੈਵਨ 'ਚੋਂ ਬੈਠ ਕੇ, ਕਿ ਅਸੀਂ ਕਿਰਾਏ ਦੇ ਪਹਾੜਿਆਂ ਦੇ ਟੱਟੂਆਂ ਨਾਲ ਅਸੀਂ ਪੰਜਾਬ ਵਿੱਚ ਕੋਈ ਸਿੱਖ ਸੋਚ ਸਿਰਜ ਦਿਆਂਗੇ। ਮੇਰਾ ਖਿਆਲ ਦੇ ਆਰ ਲਿਵਿੰਗ ਇਨ ਫੂਲਸ ਪੈਰਾਡਾਈਸ। ਸਿੱਖ ਨੌਜਵਾਨੀ ਤੇ ਪੰਜਾਬ ਦੀ ਨੌਜਵਾਨੀ ਡੈਸਪੇਅਰ 'ਚੋਂ ਲੰਘ ਰਹੀ ਹੈ। ਦੇ ਆਰ ਲੁਕਿੰਗ ਫॉर ਓਪਨਿੰਗ, ਚਾਹੇ ਉਹ ਕਦੀ ਵੈਸਟ ਵੱਲ ਨੂੰ ਓਪਨਿੰਗ ਦੇਖਦੇ ਨੇ, ਕਦੀ ਉਹ ਸ਼ਾਰਟਕਟਸ ਦੇਖਦੇ ਨੇ, ਉਹਨਾਂ 'ਚ ਵਾਇਲੈਂਸ। ਆਪਾਂ ਦੇਖ ਰਹੇ ਆਪਣੇ ਕਿੰਨੇ ਮੁੰਡੇ ਗੈਂਗਸਟਰ ਕਲਚਰ ਵਿੱਚ ਜਾ ਰਹੇ ਨੇ, ਰੋਜ਼ ਆਪਾਂ ਖਬਰਾਂ ਪੜ੍ਹਦੇ ਹਾਂ। ਕੱਲ੍ਹ ਫਿਲੀਪਾਈਨਸ ਵਿੱਚ ਇੱਕ ਬਹੁਤ ਨੌਜਵਾਨ ਮੋਗੇ ਦਾ ਡਿਸਟ੍ਰਿਕਟ ਦਾ ਵਸਨੀਕ ਮੁੰਡਾ ਬੰਦੀ, ਉਹਨੂੰ ਕੱਲ੍ਹ ਗੋਲੀਆਂ ਮਾਰਿਆ ਗਿਆ ਹੈਗਾ। ਉੱਥੇ ਪਹਿਲੇ ਵੀ ਬਹੁਤ ਕਿਲਿੰਗਸ ਹੁੰਦੀਆਂ ਨੇ ਫਿਲੀਪਾਈਨਸ, ਖਾਸ ਕਰਕੇ ਸਿੱਖ ਨੌਜਵਾਨ। ਪਰ ਮਤਲਬ ਇਟਸ ਅ ਸੀਰੀਅਸ ਇਸ਼ੂ ਆ, ਜਿਹਦੇ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ, ਬਾਕੀ ਜਿਹੜੇ SGPC ਦੇ ਪ੍ਰੈਜ਼ੀਡੈਂਟ ਆ, ਇਹਨਾਂ ਨੂੰ ਕੋਈ ਨੌਜਵਾਨੀ ਨਾਲ ਸੰਵਾਦ ਰਚਾਉਣਾ ਚਾਹੀਦਾ, ਡਾਇਲੋਗ ਕਰਨਾ ਚਾਹੀਦਾ। ਦੇ ਸ਼ੁੱਡ ਸੈਂਡ ਦੇ ਪੀਪਲ ਟੂ ਵਿਲੇਜਸ, ਟੂ ਸਿਟੀਜ਼, ਟੂ ਕਾਲਜਸ, ਸਕੂਲਸ ਦੇ ਵਿੱਚ ਜਾ ਕੇ ਗੱਲ ਕਰ ਕਿ ਸਾਨੂੰ ਸਿੱਖ ਸਮਾਜ ਨੂੰ ਇਸ ਟਾਈਮ 'ਤੇ ਕੋਈ ਇਸ ਤਰ੍ਹਾਂ ਦਾ ਵਾਇਲੈਂਟ ਐਂਗਲ ਨਹੀਂ ਲੈਣਾ ਚਾਹੀਦਾ, ਜਿਹੜਾ ਕਿ ਆਪਾਂ ਨੂੰ ਡਾਇਰੈਕਟ ਐਂਡ ਕਲੈਸ਼ ਲਿਆਵੇ ਔਨ ਅ ਸੈਕਟੇਰੀਅਨ ਐਂਗਲ ਐਂਡ ਵਿਦ ਦਾ ਇੰਡੀਅਨ ਸਟੇਟ। ਸਿੱਖ ਸੋਚ ਹੁਣ ਅੱਗੇ ਵਾਂਗੂ ਪਰਸਪੈਕਟਿਵ ਆਪਣਾ ਗਵਾ ਚੁੱਕੀ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਇਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਫੇਲ ਹੋ ਚੁੱਕੀ ਹੈ ਸਿੱਖਸ ਦੀ। ਉਹ ਆਪਣਾ ਰਾਹ ਲੱਭ ਰਹੇ ਨੇ, ਐਗਜ਼ਿਸਟੈਂਸ਼ੀਅਲ ਕ੍ਰਾਈਸਿਸ 'ਚੋਂ ਲੰਘ ਰਹੇ ਨੇ। SGPCs ਤੇ ਕਾਰਜਕਾਰੀ ਤੇ ਉਹਨਾਂ ਦੀ ਵਰਕਿੰਗ ਤੇ ਕੁਐਸਚਨਸ ਉੱਠ ਰਹੇ ਨੇ। ਜਥੇਦਾਰ ਅਕਾਲ ਤਖਤ ਸਾਹਿਬ ਵੱਲ ਨੂੰ ਵੀ ਲੋਕੀ ਉਸ ਤਰ੍ਹਾਂ ਦੀ ਰਿਸਪੈਕਟ ਨਹੀਂ ਰੱਖਦੇ ਜੋ ਹੋਣੀ ਚਾਹੀਦੀ ਹੈ। ਨਹੀਂ ਤਾਂ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਪ੍ਰੈਲ ਵਿੱਚ SGPC ਨੂੰ ਡਾਇਰੈਕਟ ਕੀਤਾ ਸੀ, ਉਹਨਾਂ ਨੇ ਇੱਕ ਤਰ੍ਹਾਂ ਨਾਲ ਹੁਕਮ ਕੀਤਾ ਸੀ ਕਿ ਤੁਸੀਂ ਸਿੱਖ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਬਣਾਓ। ਇਹ ਬਦਕਿਸਮਤੀ ਆ ਕਿ ਇੰਨੇ ਸਾਲ ਹੋ ਗਏ, 100 ਸਾਲ ਤੋਂ ਪੁਰਾਣੀ ਇਹ ਜਥੇਬੰਦੀ ਆ, ਆਟੋਨੋਮਸ ਬੋਡੀ ਕਹਿ ਕੇ ਬਣਾਈ ਗਈ ਸੀ, ਭਾਵੇਂ ਹੈ ਨਹੀਂ ਗੀ। ਪਰ ਇਹਨਾਂ ਨੇ ਅੱਜ ਤੱਕ ਇਹ ਜ਼ਿੰਮੇਵਾਰੀ ਨਹੀਂ ਸਮਝੀ ਕਿ ਸਿੱਖਾਂ ਦੀ ਆਪਣੀ ਸਿੱਖ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ। ਜੇ ਅਲ ਜਜ਼ੀਰਾ ਇੱਕ ਮੁਸਲਿਮ ਵਰਲਡ ਦਾ TV ਆ, ਉਹ ਦੁਨੀਆ ਵਿੱਚ ਆਪਣਾ ਅਹਿਮ ਸਥਾਨ ਰੱਖਦਾ। ਅੱਜ ਇਹ 90s ਦੇ ਵਿੱਚ ਸ਼ੁਰੂ ਹੋਇਆ ਸੀਗਾ। ਸਾਡੇ ਕੋਲ ਕੋਈ ਆਪਣੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ ਨਹੀਂ, ਸਾਡੇ ਕੋਲ ਕੋਈ ਕ੍ਰਿਸਚੈਨਿਟੀ ਵਾਂਗੂ ਅਖਬਾਰ ਹੈ ਨਹੀਂ। ਜਿਸ ਤਰ੍ਹਾਂ ਦਾ ਅਖਬਾਰ ਬੋਸਟਨ ਤੋਂ ਨਿਕਲਦਾ ਰੋਜ਼, ਕ੍ਰਿਸਚਨ ਸਾਇੰਸ ਮੌਨਿਟਰ, ਉਹ ਵਰਲਡ ਵਾਈਡ ਆਪਣੀ ਇੱਕ ਅਹਿਮੀਅਤ ਰੱਖਦਾ। ਸਾਡੇ ਕੋਲ ਕੋਈ ਨਾ ਅਖਬਾਰ ਆ। ਇਹ ਇਸ ਕਰਕੇ ਜਿਹੜੇ ਵੈਕਿਊਮਸ ਨੇ ਮਨਵੀਰ, ਇਹਨਾਂ ਵੈਕਿਊਮਸ ਦੇ ਵਿੱਚੋਂ ਇੱਦਾਂ ਦੀਆਂ ਬਲੀਡਸ ਹੋ ਰਹੀਆਂ ਨੇ, ਸਿੱਖ ਨੌਜਵਾਨੀ ਬਲੀਡ ਕਰ ਰਹੀ ਹੈ। ਐਂਡ ਵੀ ਹੈਵ ਟੂ ਬੀ ਕੇਅਰਫੁਲ। ਉਹਦਾ ਵਿਕਟਮ ਬਣਿਆ ਹੈਗਾ ਜੱਗੀ ਜੌਨ, ਐਂਡ ਆਈ ਥਿੰਕ ਉਹਨੂੰ ਉਹਦੇ ਨਾਲ ਜਿਸ ਤਰ੍ਹਾਂ ਟਾਰਚਰ ਹੋਇਆ, ਜੇ ਉਹ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਆ, ਤੇ ਜੇ ਉਹਨਾਂ ਦੀ ਇੰਟੈਲੀਜੈਂਸ ਨੇ ਟਿਪ ਆਫ ਕੀਤਾ, ਮੇਰਾ ਖਿਆਲ ਹੈ ਬਹੁਤ ਵੱਡਾ ਸਟੇਟ ਦਾ ਫੇਲੀਅਰ ਆ। ਇਹਦੇ ਵਿੱਚ ਵੀ ਖੈਰ ਪੁਲਿਸ ਨੇ ਇੱਕ ਇਹ ਵੀ ਥਿਊਰੀ ਦਿੱਤੀ ਸੀ ਕਿ ਯੈਸ, ਇਹਦੇ ਵਿੱਚ ਯੂਥ ਰੈਡੀਕਲਾਈਜੇਸ਼ਨ ਵਾਲਾ ਐਂਗਲ ਇਨਵੋਲਵਡ ਸੀ, ਕਿਉਂਕਿ ਪੈਸੇ ਦਿੱਤੇ ਗਏ ਸੀ ਕੰਮ ਕਰਾਉਣ ਦੇ ਲਈ। ਇਹ ਵੀ ਗੱਲ ਦਾ ਤੁਸੀਂ ਵੈਸੇ ਜਵਾਬ ਦੇ ਦਿੱਤਾ ਕਿ ਇਹ ਖਲਾਅ ਆ ਨੌਜਵਾਨੀ 'ਚ, ਕਿ ਪੈਸੇ ਲੈ ਕੇ ਹੱਤਿਆਵਾਂ ਕਰਕੇ ਉਹ ਸੋਚਦੇ ਨੇ ਕਿ ਉਹ ਸਿੱਖ ਸੰਘਰਸ਼ ਦੇ ਵਿੱਚ ਹਿੱਸਾ ਪਾ ਰਹੇ ਨੇ। ਇਹ ਇੱਕ ਦੁਖਾਂਤ ਹੈ ਜੀ ਆਪਣਾ, ਜਿਹਦੇ ਤੋਂ ਡਰ ਲੱਗਦਾ। ਇਸੇ ਕਰਕੇ ਤੁਹਾਡੇ ਤੋਂ ਇਹ ਸਵਾਲ ਜਿਹੜਾ ਸੀ, ਜੱਗੀ ਦਾ ਕੇਸ ਜਿਹੜਾ ਸੀ, ਤੁਹਾਡੇ ਅੱਗੇ ਇਸੇ ਕਰਕੇ ਲਿਆਂਦਾ ਗਿਆ, ਕਿਉਂਕਿ ਜਿੰਨੀ ਦੇਰ ਤੱਕ ਉਹਦਾ ਇੱਕ ਪਾਸਾ ਪੁਲਿਸ ਨਹੀਂ ਕਰਦੀ, ਉਨੀ ਦੇਰ ਤੱਕ ਆਪਾਂ ਕੁਝ ਕਹਿ ਨਹੀਂ ਸਕਦੇ। ਆਲਮੋਸਟ ਆਖਰੀ ਗੱਲ ਜੀ ਸਰ, ਕੁਕੀ ਸਰ, ਟ੍ਰਾਇਲ ਜਿਹੜੇ ਇਹਨੇ ਲਿੰਗਰ ਔਨ ਕਰਦੇ ਨੇ, ਇਹ ਇਟਸੈਲਫ ਇੱਕ ਪਨਿਸ਼ਮੈਂਟ ਐਂਡ ਇਟ ਇਜ਼ ਕੰਸੀਡਰਡ ਇਲੀਗਲ। ਇਸ ਬਾਰੇ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਵੀ ਵਿਚਾਰ ਹੋ ਚੁੱਕੇ ਆ। ਈਵਨ ਤੁਸੀਂ ਇਕੱਲੇ ਪੰਜਾਬ 'ਚ ਲੈ ਲਓ, 81% ਜਿਹੜੇ ਬੰਦੇ ਜੇਲ੍ਹਾਂ 'ਚ ਨੇ, ਦੇ ਆਰ ਅੰਡਰ ਟ੍ਰਾਇਲਸ ਜੀ।
ਮਤਲਬ ਕਿ ਜਿਹੜੇ ਇਹ ਵਰਤਾਰੇ ਨੇ, ਈਵਨ UAPA ਜਿਹੜਾ ਦੇਸ਼ ਧਰੋਹੀ ਦਾ ਕਾਨੂੰਨ ਚੱਲ ਰਿਹਾ ਇੰਡੀਆ 'ਚ, ਅਨਲੌਫੁਲ ਐਕਟੀਵਿਟੀਜ਼ ਐਕਟ, ਉਹਦੇ ਵਿੱਚ ਵੀ ਜਿਹੜੇ ਮੋਸਟ ਆਫ ਦੇ ਬੰਦੇ ਅੰਡਰ ਇਨਵੈਸਟੀਗੇਸ਼ਨ ਨੇ, ਜੇਲ੍ਹਾਂ 'ਚ ਨੇ, ਅੰਡਰ ਟਰਾਇਲ ਨੇ, ਉਹ ਲੌਂਗ ਟਾਈਮ ਹੋ ਗਿਆ। ਆਪਣੇ ਕੋਲ ਬਹੁਤ ਮਤਲਬ ਕਿ ਮੇਨ ਐਗਜ਼ਾਮਪਲ ਹੈ ਕਿ ਬੀਮਾ ਕੋਰੇਗਨ ਕੇਸ ਦੀ, ਜੋ ਕਿ ਪੂਨੇ ਦਾ ਕੇਸ ਹੈਗਾ। ਉਹ 2018 ਤੋਂ ਕੇਸ ਹੋਇਆ। ਉਹਦੇ ਵਿੱਚ ਨਾਮੀ ਜਿਹੜੀਆਂ ਪਰਸਨੈਲਿਟੀਜ਼ ਨੇ ਇੰਡੀਆ ਦੀਆਂ, ਜੋ ਇੱਕ ਅਹਿਮ ਸਥਾਨ ਰੱਖਦੀਆਂ ਨੇ ਸਮਾਜ ਵਿੱਚ, ਉਸ ਕੇਸ 'ਚੋਂ ਅੰਦਰ ਨੇ। ਉਹਨਾਂ ਦਾ ਨਾ ਟਰਾਇਲ ਚੱਲ ਰਿਹਾ ਹਜੇ ਤੱਕ, ਨਾ ਉਹਨਾਂ ਨੂੰ ਬੇਲ ਦਿੱਤੀ ਜਾ ਰਹੀ ਹੈ। ਕੁਛ ਉਹਨਾਂ ਵਿੱਚੋਂ 80 ਈਅਰਸ ਓਲਡ ਨੇ, ਕੁਛ ਉਹਨਾਂ ਵਿੱਚ 90% ਹੈਗੇ ਨੇ ਪੈਰਾਲਾਈਜ਼ਡ, ਉਹ ਵੀ ਜੇਲ੍ਹਾਂ 'ਚ, ਜਿਹੜੇ ਕਿ ਆਪਣੇ ਆਪ ਨੂੰ ਤੁਰ ਫਿਰ ਵੀ ਨਹੀਂ ਸਕਦੇ। ਮਤਲਬ ਕਿ ਡਾਕਟਰ ਅੰਬੇਦਕਰ ਦੇ ਰਿਸ਼ਤੇਦਾਰ ਵੀ ਅੰਦਰ ਨੇ, ਜਿਹੜੇ ਨਾਮੀ ਪ੍ਰੋਫੈਸਰ ਨੇ, ਸਕਾਲਰ ਨੇ, ਥਿੰਕਰ ਨੇ, ਤੇ ਕਈ ਬੁੱਕਸ ਲਿਖੀਆਂ ਹੋਈਆਂ ਉਹਨਾਂ ਨੇ ਕਿ ਕਿਸ ਤਰ੍ਹਾਂ ਦਾ ਆਦਰਸ਼ ਸਮਾਜ ਐਕਚੁਅਲ 'ਚ ਹੋਣਾ ਚਾਹੀਦਾ, ਨਾ ਕਿ ਜਿਹੜਾ ਆਪਾਂ ਨੂੰ ਦਰਸਾਇਆ ਜਾ ਰਿਹਾ ਸੰਸਕਾਰੀ ਬ੍ਰਾਹਮਣ ਦੇ ਰੂਪ ਵਿੱਚ। ਕੁਕੀ ਗਿੱਲ ਜੀ, ਆਪਾਂ 35 ਮਿੰਟ ਤੱਕ ਲੰਘ ਆਏ ਹਾਂ। ਕੋਈ ਟੌਪਿਕ ਤੁਸੀਂ ਹੋਰ ਕਵਰ ਕਰਨਾ ਚਾਹੁੰਦੇ ਆ? ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਨੌਜਵਾਨੀ ਆ ਉਹ ਵੇ ਆਊਟਸ ਲੱਭ ਰਹੀ ਆ। ਤੁਸੀਂ ਐਗਜ਼ਾਮਪਲ ਲੈ ਲਓ, ਇੰਡੀਆ ਨੇ 40 ਸਾਲ ਬਾਅਦ ਹਾਕੀ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਜਦੋਂ ਜਿੱਤ ਕੇ ਆਏ ਓਲੰਪਿਕਸ 'ਚ, ਲਾਸਟ ਓਲੰਪਿਕਸ 'ਚ, ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਪੰਜਾਬ ਗੌਰਮੈਂਟ ਨੇ ਕਿ ਤੁਹਾਨੂੰ ਸੂਟੇਬਲ ਜੌਬਸ ਦਿੱਤੀਆਂ ਜਾਣਗੀਆਂ, ਓਪਰਚੁਨਿਟੀਜ਼ ਦਿੱਤੀਆਂ ਜਾਣਗੀਆਂ। ਉਹਨਾਂ ਨੂੰ ਇਨਫੈਕਟ ਉਸ ਟਾਈਮ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥੀਂ ਰੋਟੀ ਬਣਾ ਕੇ ਰਾਤ ਦਾ ਡਿਨਰ ਕਰਾਇਆ ਸੀ, ਉਹਨਾਂ ਨੂੰ ਅਸ਼ੋਰੈਂਸ ਦਿੱਤੀ ਸੀ। ਉਹ ਹੁਣ 3 ਦਿਨ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿ ਸਾਨੂੰ ਕੋਈ ਜੌਬ ਨਹੀਂ ਮਿਲੀ, ਸਾਨੂੰ ਕਿਸੇ ਨੇ ਕੁਛ ਪੁੱਛਿਆ ਨਹੀਂ ਗਾ। ਉਸ ਚੀਜ਼ ਦਾ ਜਿਹੜੇ ਇਹ ਖਿਲਾਫ ਨੇ, ਅਨਇੰਪਲੋਇਮੈਂਟ ਇਸ਼ੂਜ਼, ਇੱਦਾਂ ਦੇ ਨਾਮੀ ਖਿਡਾਰੀਆਂ ਦੀ ਆਪਾਂ ਟੇਕ ਕੇਅਰ ਨਹੀਂ ਕਰ ਸਕਦੇ, ਤਾਂ ਫਿਰ ਇਹ ਕੁਐਸਚਨਸ ਤਾਂ ਬਣੀ ਰਹਿਣਗੇ। ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਪੰਜਾਬ ਪੁਲਿਸ ਹੀ ਇਕੱਲਾ ਐਵਨਿਊ ਹੋਵੇ ਇਹਨਾਂ ਦੀ ਜੌਬਸ। ਇਹਨਾਂ ਦਾ ਐਵਨਿਊ ਹੋਣਾ ਚਾਹੀਦਾ ਸਪੋਰਟਸ ਡਿਪਾਰਟਮੈਂਟ। ਸਗੋਂ ਇਹ ਫਰਦਰ ਯੂਥ ਨੂੰ ਆਪਣੇ ਸਪੋਰਟਸ ਵੱਲ ਖਿੱਚਣ, ਕਿਉਂਕਿ ਹੈਲਦੀ ਸੁਸਾਇਟੀ ਜਿਹੜੀ ਹੁੰਦੀ ਆ, ਇਟ ਬਰੀਡਸ, ਇਹ ਮਤਲਬ ਕਲਟੀਵੇਟ ਕਲਚਰ, ਜਿਹੜਾ ਕਿ ਇੱਕ ਪ੍ਰੋਗਰੈਸਿਵ ਕਲਚਰ, ਪ੍ਰੋਗਰੈਸਿਵ ਥਾਟ ਨੂੰ ਇਹ ਚੀਜ਼ ਨਾਲ ਜੋੜਦਾ। ਕਿਉਂਕਿ ਮੈਂ ਆਪ ਸਪੋਰਟਸਮੈਨ ਰਿਹਾ, ਮੈਂ ਐਕੈਡੈਮਿਕਸ ਵੀ ਠੀਕ ਆਪਣਾ ਬੈਲੈਂਸ ਰੱਖਿਆ, ਪਰ ਸਪੋਰਟਸ ਦੇ ਸਿਰ 'ਤੇ ਕਿਉਂਕਿ ਮੈਨੂੰ ਸ਼ੌਂਕ ਸੀਗਾ, ਇਹਨੇ ਮੇਰੇ 18 ਈਅਰਸ ਜਿਹੜੇ ਮੇਰੇ ਜੇਲ੍ਹਾਂ ਦਾ ਸਫ਼ਰ ਰਿਹਾ, ਉਹਦੇ 'ਚ ਮੈਨੂੰ ਇਹਨਾਂ ਬਹੁਤ ਪੋਜ਼ੀਟਿਵਿਟੀ ਦਿੱਤੀ ਆ, ਤਾਂ ਕਿ ਮੈਂ ਇਹ ਦਬਿਆ ਨਹੀਂ ਗਾ। ਇਹ ਨਹੀਂ ਕਿ ਸਾਡੇ ਮੈਂ ਕਿਸੇ ਹਾਲ ਮੈਂ ਮਿਊਸ ਨਹੀਂ ਹੋ ਸਕਦਾ। ਜਿਹੜੀ ਸਪੋਰਟਸ ਆ ਨਾ, ਇੱਕ ਇੱਦਾਂ ਦੀ ਪਾਵਰ ਹੈ, ਮੈਂ ਕਿਸੇ ਹਾਲ ਮੈਂ ਮਿਊਸ ਨਹੀਂ ਹੋ ਸਕਦਾ। ਜ਼ੁਲਮ ਤਾਂ ਲੱਖ ਹੋ, ਉਮੀਦ ਦੇ ਸ਼ਹਿਰ ਰੱਖਦਾ। ਜ਼ੁਲਮ ਭਾਵੇਂ ਕਿੰਨੇ ਹੋਏ, ਪਰ ਮੈਂ ਉਮੀਦ ਦੇ ਸ਼ਹਿਰ ਲੈ ਕੇ ਜੁੜਿਆ ਹੈਗਾ। ਆਸ ਉਮੀਦ ਦੀ ਉਮਰ ਗੁਜ਼ਾਰੀ, ਤਾਂ ਕਿ ਜਿਹੜਾ ਆਪਣਾ ਤੁਹਾਡਾ ਪਰਸਪੈਕਟਿਵ ਆ, ਇਟ ਸ਼ੁੱਡ ਆਲਵੇਜ਼ ਬੀ ਇਨ ਅ ਪੋਜ਼ਿਟਿਵ ਸੈਂਸ। ਬਟ ਆਈ ਡੂ ਬਲੀਵ ਯੂ ਹੈਵ ਯੂਰ ਪਰਸਨਲ ਸੋਰੋਜ਼, you have your pains, you have your moments of happiness, which I have endured, though silently, पर मतलब कि with respect and honor, and I expect कि नौजवानी ना इदां दा dialogue रचाया जाए, so we all can move forward. Thank you. ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਸਮਾਂ ਕੱਢਿਆ। ਤੁਹਾਡੀਆਂ ਗੱਲਾਂ ਬਹੁਤ ਲਾਈਟਨਿੰਗ ਸੀ। ਔਰ ਰਹੀ ਗੱਲ, ਤੁਸੀਂ ਇੱਕ ਬਹੁਤ ਵਧੀਆ ਕੋਟ ਦਿੱਤਾ ਕਿ ਮੈਥੇਮੈਟਿਕਸ ਹੀ ਹੈ ਇਹ ਸਾਰੀ ਪੋਲੀਟਿਕਸ। ਤੁਸੀਂ ਕਿਹਾ ਰੱਬ ਵੀ ਮੈਥੇਮੈਟਿਕਸ ਹੀ ਹੈ, ਗਣਿਤ ਹੈ, ਸਾਰੀ ਨੰਬਰਾਂ ਦਾ ਖੇਡ ਹੈ। ਔਰ ਜਦੋਂ ਨੰਬਰਾਂ ਦੀ, ਵੋਟਾਂ ਦੀ ਗੱਲ ਸੀ, ਤਾਂ ਉਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਕੜਛੀ ਮਾਰ ਰਿਹਾ ਸੀ, ਜਦੋਂ ਹਾਕੀ ਖਿਡਾਰੀਆਂ ਨੂੰ ਪੂਰਾ ਟ੍ਰੀਟਮੈਂਟ ਦੇ ਰਿਹਾ ਸੀ, ਔਰ ਬਹੁਤ ਗਲੋਰੀਫਾਈ ਕੀਤੀ ਗਈ ਉਹ ਇਵੈਂਟ। ਔਰ ਉਹੀ ਗਣਿਤ ਦੇ ਵਿੱਚੋਂ ਖੈਰ ਉਹ ਫੇਲ ਹੋ ਗਏ, ਉਹਨਾਂ ਦੀਆਂ ਇਕੁਏਸ਼ਨ ਸਹੀ ਚੱਲ ਨਹੀਂ ਸਕੀਆਂ। ਪਰ ਅਸੀਂ ਹੋਪ ਕਰਦੇ ਹਾਂ ਕਿ ਨੌਜਵਾਨੀ ਨੂੰ ਜਿਹੜੀ ਕੁਛ ਕਰਕੇ ਆਉਂਦੀ, ਉਹਨਾਂ ਨੂੰ ਨੌਕਰੀਆਂ ਬਣਦੇ ਜਿਹੜੇ ਅਲੋਟਮੈਂਟਸ ਆ ਕਿਸੇ ਵੀ ਤਰ੍ਹਾਂ ਦੀਆਂ, ਕੋਈ ਵੀ ਉਹਨਾਂ ਨੂੰ ਘਰ ਦੇਣ ਦੀ ਲੋੜ ਪਵੇ, ਕੋਈ ਇੰਪਲੋਇਮੈਂਟ ਦੇ ਵਿੱਚ ਹੋ ਗਿਆ, ਆਪਣੀਆਂ ਸਪੋਰਟਸ ਅਕੈਡਮੀਜ਼ ਖੋਲ੍ਹੀਆਂ ਜਾਣ, ਇਹਦੀ ਜ਼ਰੂਰਤ ਹੈ। ਥੈਂਕ ਯੂ ਸੋ ਮਚ ਕੁਕੀ ਗਿੱਲ ਜੀ, ਤੁਸੀਂ ਆਪਣੇ ਬੜੀ ਆਪਟੀਮਿਸਟਿਕ ਅਪਰੋਚ ਯੂਥ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਐਂਡ ਆਈ ਹੋਪ ਕਿ ਇਹ ਸ਼ੋਅ ਜਿਹੜਾ ਯੂਥ ਦੇਖੇ ਔਰ ਤੁਹਾਡੇ ਤੋਂ ਇੰਸਪੀਰੇਸ਼ਨ ਲਵੇ ਇਸ ਟੌਪਿਕ ਤੇ, ਕਿ ਉਸ ਖਲਾ ਨੂੰ ਅਸੀਂ ਤੱਥਾਂ ਦੇ ਨਾਲ ਭਰੀਏ। ਥੈਂਕ ਯੂ ਸੋ ਮਚ ਸਰ, ਥੈਂਕ ਯੂ। Always pray.